चक्र चिन्ह अर वर्ण जात, अर पात निहिन जय। रूप रंग अर रेख पेख, को कह न सकत केह। अचल मूरत अनभव प्रकाश, अमितोज कह जय। कोट इंद्र इंद्रान, साहे साहान गिण जय। तिर पवन मिहीप सुर नर असुर, नेत नेत बन तिरण कहत। त्वै सर्वनाम कथय कवन, कर्म नाम वर्णत समर्थ। अस कृपान खंडो खड़ग, तवर तब की तीर। सैब सरोही सहसी, यह हमारे पीर। काल तुही काली तुही, तुही तवर तरवार। नाम तिहारो जो जपै, भय सिंध भव पार। नमस्कार श्री खड्ग को, करो सुहित चित लाय। पूर्ण करो ग्रंथ हे, तुम मुह करो सहाय। वो कूचरै शास्त्र खट, पिंग गिरन चढ़ जाय। अंध लखै बदरो सुनै, जो काल कृपा कराय। कहाँ बुद्ध प्रभु तुष हमारी, बन न सकै महिमा जो तिहारी। हम न सकत कर सिफत तुम्हारी, आप ले हो तुम कसा सुधारी। हम न सकत कर सिफत तुम्हारी, आप ले हो तुम कसा सुधारी। वाहेगुरु साहिब जीओ। एक ओंकार सतगुर प्रसाद। श्री वाहेगुरु जी की फतह। जाप श्री मुख वाक पातशाही दसवीं। छपै छंद त्वै प्रसाद। चक्र चिन्ह और वर्ण जात, और पात नहिन जेहे। रूप रंग और रेख पेख, को कह ना सकत केहे। अचल मूरत अनभव प्रकाश, अमितोज कह जय। कोट इंद्र इंद्राण, साह साहान गणजय। त्रिभुवन महीप सुर नर असुर, नेत नेत बन तृण कहत।
ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਹੀ ਸੁੰਦਰ ਦੀਵਾਨ ਸਜ ਰਹੇ ਹੈ। ਪ੍ਰਕਾਸ਼ ਸੇਵਾ ਦੇ ਨਾਲ ਕੁਝ ਸਮਾਂ ਤੁਰ ਕੀ ਬਾਣੀ ਸੱਚ ਕੀ ਬਾਣੀ ਦਾ ਜਾਪ ਪਾਠ ਹੋਇਆ ਹੈ। ਉਪਰੰਤ ਸੱਚ ਕੀ ਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੁਝ ਸਮਾਂ ਕੀਰਤਨ ਹੋਇਆ ਹੈ। ਜਿੰਨੇ ਕਮਾਈ ਪਾਈ ਸਤਿਗੁਰੂ ਦੇ ਦਰਬਾਰ ਵਿਖੇ ਹਾਜ਼ਰੀਆਂ ਭਰਦੇ ਰਹੇ। ਜਿੰਨਾ ਕੁ ਸਮਾਂ ਹਾਜ਼ਰੀ ਭਰਦਿਆਂ ਸੰਗੀਤ ਦੇ ਨਿਯਮਾਂ ਵਿੱਚ ਜੋ ਕੀਰਤਨ ਹੋ ਰਿਹਾ ਸੀ ਸੁਣਿਆ ਹੈ, ਉਹਨਾਂ ਨੇ ਲਾਭ ਲਿਆ ਹੈ। ਕੀਰਤਨ ਤੋਂ ਉਪਰੰਤ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਬਾਣੀ ਜੋ ਪ੍ਰਧਾਨ ਬਾਣੀ ਹੈ, ਦਸਮ ਗ੍ਰੰਥ ਦੇ ਵਿੱਚ ਮੁੱਢ ਵਿੱਚ ਮੂਲ ਵਿੱਚ ਆਪ ਜੀ ਨੇ ਲਿਖਾਈ ਹੈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਉਹ ਪ੍ਰਧਾਨ ਰੂਪ ਜਾਣ ਕੇ ਮੁੱਢ ਵਿੱਚ ਲਿਖਵਾਈ ਭਾਈ ਗੁਰਦਾਸ ਜੀ ਦੇ ਕਰ ਕਮਲਾਂ ਰਾਹੀਂ। ਫਿਰ ਉਸੇ ਬਾਣੀ ਨੂੰ ਸਤਿਕਾਰ ਦਿੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਇਹ ਜਿਹੜੀ ਦੁਬਾਰਾ ਗੁਰਬਾਣੀ ਲਿਖਾਈ ਭਾਈ ਮਨੀ ਸਿੰਘ ਜੀ ਦੇ ਕਰ ਕਮਲਾਂ ਰਾਹੀਂ। ਉਹ ਦਮਦਮੀ ਸਰੂਪ ਵਿੱਚ ਵੀ ਆਪ ਜੀ ਨੇ ਗੁਰੂ ਨਾਨਕ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਧਾਨਤਾ ਬਖਸ਼ੀ, ਮੁਖਤਾ ਬਖਸ਼ੀ। ਭਾਵੇਂ ਆਪ ਸਰਬ ਕਲਾ ਸਮਰੱਥ ਸਨ, ਆਪਣੀ ਬਾਣੀ ਜੋ ਜਾਪ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖੀ ਉਚਾਰਨ ਕੀਤੀ ਹੈ। ਜੋ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸਨ, ਜੋ ਲਿਖ ਸਕਦੇ ਸਨ। ਇਸ ਤਰ੍ਹਾਂ ਰਹਿ ਰਾਸ ਵਿੱਚ ਵੀ ਜਿਹੜੇ 4 ਸ਼ਬਦ ਹੈ ਉਹ ਆਪ ਜੀ ਨੇ ਸਰੂਪ ਲਿਖਾਉਣ ਸਮੇਂ ਇਹ ਲਿਖਾਈ ਦਿੱਤੇ ਸਨ। ਨਾਮੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਵਿੱਤਰ ਜਿਹੜੀ ਬਾਣੀ ਹੈ ਉਹ ਵੀ ਆਪ ਜੀ ਨੇ ਭਾਈ ਮਨੀ ਸਿੰਘ ਜੀ ਦੇ ਕਰ ਕਮਲਾਂ ਰਾਹੀਂ ਜੋ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੈਰਾਗਮਈ ਬਾਣੀ ਉਚਾਰਨ ਕੀਤੀ ਹੈ, ਉਹ ਨੰਬਰਵਾਰ ਉਹਨਾਂ ਰਾਗਾਂ ਵਿੱਚ ਹੀ ਲਿਖਾਈ। ਇਸੇ ਤਰ੍ਹਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੈਜਾਵੰਤੀ ਰਾਗ ਵਿੱਚ ਬਾਣੀ ਉਚਾਰਨ ਕੀਤੀ ਹੈ। ਹੋਰ ਜਿਹੜੇ ਕੋਈ ਸੰਗੀਤ ਦੇ ਨਿਯਮ ਹੈ ਉਹਨਾਂ ਦੇ ਵਿੱਚ ਵਿਸ਼ੇਸ਼ ਕਰਕੇ ਜਿਹੜਾ ਜੈਜਾਵੰਤੀ ਰਾਗ ਦਾ ਨਾਂ ਨਹੀਂ ਆਇਆ ਹੈ। ਜਿਵੇਂ ਤੁਖਾਰੀ ਰਾਗ ਹੈ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਇਹ ਸੰਗੀਤ ਦੇ ਨਿਯਮਾਂ ਅਨੁਸਾਰ ਕੋਈ ਉਹਨਾਂ ਪੁਸਤਕਾਂ ਵਿੱਚ ਇਹਦਾ ਵੀ ਕੋਈ ਖਾਸ ਵਰਣਨ ਨਹੀਂ ਹੈ। ਔਰ ਗੁਰੂ ਮਹਾਰਾਜ ਨੇ ਸਮਰੱਥ ਗੁਰੂ ਦੀ ਬਾਣੀ ਜਾਣ ਕੇ ਇਹ ਹੈ ਤਾਂ ਪਹਿਲਾਂ 30 ਰਾਗਾਂ ਵਿੱਚ ਹੀ ਬਾਣੀ ਸੀ, ਔਰ 31ਵਾਂ ਰਾਗ ਜੈਜਾਵੰਤੀ ਹੈ।
ਇਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕੋ ਇੱਕ ਬਾਣੀ ਹੈ, ਹੋਰ ਸਤਿਗੁਰਾਂ ਹੋਰ ਜਾਮਿਆਂ ਦੀ ਨਹੀਂ ਹੈ। ਉਹ ਸਾਰੀ ਲਿਖਾ ਕੇ ਇਸ ਤਰ੍ਹਾਂ ਆਪ ਜੀ ਨੇ ਉਹ ਸੰਪੂਰਨਤਾ ਕਰਵਾਈ ਤੇ ਆਪਣੀ ਜਿੰਨੀ ਵੀ ਬਾਣੀ ਹੈ ਉਹਨੂੰ ਸਾਰੇ ਨੂੰ ਵੱਖਿਆ ਰੱਖਿਆ। ਸਿਰਫ ਇੱਕ ਜਿਹੜਾ ਸ਼ਲੋਕ ਹੈ ਉਹ ਆਪਣਾ ਇਸ ਰੂਪ ਦੇ ਵਿੱਚ ਰੱਖਿਆ ਹੈ। ਉਹ ਵੀ ਸਿਰਫ ਉੱਤਰ ਰੂਪ ਦੇ ਵਿੱਚ ਹੈ, ਕਿਉਂਕਿ ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵੱਖਰੇ ਰੂਪ ਦੇ ਵਿੱਚ ਇੱਕ ਸ਼ਲੋਕ ਲਿਖ ਕੇ ਭੇਜਿਆ ਸੀ। ਜੋ ਸਿੱਖ ਨੂੰ ਕਿਹਾ ਸੀ ਵੀ ਇਹਦਾ ਉੱਤਰ ਲੈ ਕੇ ਜਲਦੀ ਸਾਡੇ ਪਾਸ ਪਹੁੰਚਣਾ, ਕਿਉਂਕਿ ਸਾਡੀ ਸੱਚਖੰਡ ਗਮਨ ਕਰਨ ਦੀ ਬਾਣਾ ਵਰਤਾਉਣ ਦੀ ਬਿਲਕੁਲ ਤਿਆਰੀ ਹੈ। ਬਾਕੀ ਜਿਹੜੇ ਸ਼ਲੋਕ ਸੀ ਕੁਝ ਸਿੱਖਾਂ ਦੇ ਤਾਈਂ ਉਪਦੇਸ਼ ਰੂਪ ਸਨ। 2 ਸ਼ਲੋਕ ਆਪਣੇ ਨਾਨਕੀ ਮਾਤਾ ਪਰਥਾਏ ਸਨ। ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਵਾਰ, ਕਹੋ ਨਾਨਕ ਚਿਰ ਕਛ ਨੀ ਸੁਪਨੇ ਜੋ ਸੰਸਾਰ। ਜਾਂ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਆਪਣੀ ਪਤਨੀ ਗੁਜਰੀ ਦੇ ਤਾਈਂ ਵੀ ਉਪਦੇਸ਼ ਰੂਪ ਵਿੱਚ ਇੱਕ ਸ਼ਲੋਕ ਆਪ ਜੀ ਨੇ ਲਿਖ ਕੇ ਭੇਜਿਆ ਸੀ। ਚਿੰਤਾ ਤਕ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਛਿਰ ਨਹੀਂ ਕੋਏ। ਵੀ ਕੋਈ ਵੀ ਇੱਥੇ ਸਥਿਤ ਨਹੀਂ ਰਿਹਾ ਹੈ। ਚਿੰਤਾ ਤਾਂ ਗੱਲ ਉਸ ਗੱਲ ਦੀ ਕਰਨੀ ਜਿਹੜੀ ਗੱਲਬਾਤ ਨਾ ਹੋਈ ਹੋਵੇ ਤੇ ਹੋ ਜਾਵੇ, ਅਣਹੋਈ ਹੋਵੇ। ਇਹ ਤਾਂ ਗੱਲ ਹੁੰਦੀ ਰਹੀ ਹੈ ਤੇ ਹੁੰਦੀ ਰਹਿਣੀ ਹੈ। ਇਹ ਮਾਰਗ ਸੰਸਾਰ ਕੋਈ ਸੰਸਾਰ ਦਾ ਰਸਤਾ ਹੀ ਐਸਾ ਹੈ, ਇਹਦੇ ਵਿੱਚ ਜਿਹੜਾ ਕੋਈ ਹੈ ਕੋਈ ਇੱਜ਼ਤ ਨਹੀਂ ਹੈ। ਜਿਹੜਾ ਸੰਸਾਰ ਦੇ ਵਿੱਚ ਜਨਮ ਲੈ ਕੇ ਆਇਆ ਉਹ ਸਦਾ ਨਹੀਂ ਇੱਥੇ ਰਿਹਾ ਚੱਲਦਾ ਹੈ। ਕਰਕੇ ਕੀ ਚਿੰਤਾ ਕਰ ਰਹੇ ਹੋ। ਤੇ ਇਸੇ ਤਰ੍ਹਾਂ ਜਿਹੜਾ ਇਹ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਕਲਗੀਧਰ ਜੀ ਨੂੰ ਵੱਖਰਾ ਲਿਖ ਕੇ ਭੇਜਿਆ ਸੀ, ਉਹਦੇ ਜਵਾਬ ਵਿੱਚ ਫਿਰ ਆਪ ਜੀ ਨੇ ਇੱਕ ਸ਼ਲੋਕ ਉਚਾਰਿਆ ਸੀ ਦੋਹਰੇ ਰੂਪ ਦੇ ਵਿੱਚ। ਆਪ ਜੀ ਨੇ ਕਿਹਾ ਸੀ, ਬਲ ਛੁਟਕਿਓ ਬਲ ਹੁਆ ਬੰਧਨ ਛੁਟੇ, ਸਭ ਕੁਛ ਹੋਤ ਉਪਾਏ। ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਹ ਤੁਸੀਂ ਕਹਿੰਦੇ ਬਲ ਛੁੱਟ ਗਿਆ, ਇਹ ਤੁਸੀਂ ਮਹਾਰਾਜ ਲਫ਼ਜ਼ ਕਿਵੇਂ ਕਹਿ ਦਿੱਤੇ? ਜਿੰਨਾ ਸੰਸਾਰ ਦੇ ਵਿੱਚ ਭਰ ਵਿੱਚ ਬਲ ਹੋਇਆ ਇਹ ਤਾਂ ਆਪ ਜੀ ਤੋਂ ਹੀ ਹੋਇਆ ਹੈ, ਆਪ ਤੋਂ ਹੀ ਬਲ ਪੈਦਾ ਹੋਇਆ ਹੈ। ਤੇ ਤੁਸੀਂ ਕਹਿੰਦੇ ਆ ਵੀ ਇਹ ਸਰੀਰ ਨੂੰ ਬੰਧਨ ਪੈ ਗਏ, ਆਪ ਦੇ ਸਰੂਪ ਨੂੰ ਤਾਂ ਬੰਧਨ ਹੈ ਹੀ ਨਹੀਂ ਹੈ। ਆਪ ਦੇ ਸਰੂਪ ਦੇ ਤਾਂ ਬੰਧਨ ਛੁੱਟੇ, ਆਪ ਤਾਂ ਆਜ਼ਾਦ ਸੁਤੰਤਰ ਹੋ, ਆਪ ਤਾਂ ਬੰਧਨਾਂ ਤੋਂ ਛਡਾਉਣ ਵਾਲੇ ਹੋ, ਫਸਿਆ ਹੋਇਆ ਨੂੰ ਛਡਾਉਣ ਵਾਲੇ ਹੋ। ਇਹ ਕਹਿੰਦੇ ਹੁਣ ਕੋਈ ਸਹਾਈ ਨਹੀਂ ਹੋ ਸਕਦਾ, ਸਭ ਕੁਛ ਹੋ ਤੁਮ ਹੀ ਹੋ ਸਹਾਏ। ਤੁਸੀਂ ਮਹਾਰਾਜ ਪਹਿਲਾਂ ਭਗਤਾਂ ਦੇ ਸਹਾਈ ਹੁੰਦੇ ਰਹੇ ਪਰਮੇਸ਼ਰ ਦੇ, ਤੇ ਤੁਸੀਂ ਕਹਿੰਦੇ ਉਪਰਾਲਾ ਹੀਲਾ ਨਹੀਂ ਕੋਈ ਹੁੰਦਾ। ਹੁਣ ਹੋ ਤਾਂ ਹੋ ਰਿਹਾ, ਤੁਸੀਂ ਚਲੇ ਗਏ ਹੈ, ਇਹਨਾਂ ਵਾਸਤੇ ਉਪਰਾਲਾ ਹੋ ਰਿਹਾ। ਸ਼ਹਾਦਤ ਦੇ ਦਿਆਂਗੇ, ਇਹਨਾਂ ਦਾ ਧਰਮ ਰਹਿ ਜਾਏਗਾ। ਇਹ ਤਾਂ ਤੁਹਾਡੇ ਹੱਥ ਵਿੱਚ ਸਭ ਕੁਛ ਹੈ। ਤੁਸੀਂ ਮਹਾਰਾਜ ਜਦੋਂ ਕਦੋਂ ਸਹਾਈ ਹੋਏ ਤੇ ਸਹਾਈ ਹੋਣਾ ਤੇ ਹੋ ਰਹੇ ਹੋ। ਸਿਰਫ ਇੱਕ ਜਿਹੜਾ ਸ਼ਲੋਕ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਹੈ,
बाकी जिन्नी अपनी बाणी है वो गुरु कलगीधर जी ने इन्हों व्याख्यान रखिया है। सो ये जो जाप साहब बाणी है वो आप प्रधान बाणी नूं विचार रूप दे विच प्रारंभ किया होया है अरदास बेनती करके। ते 2 दिनां विच ये जाप बाणी आप जी ने किथे पहला उचारण की, फिर सिंघां दे बेनती तो कि महाराज जिस तरह गुरु नानक साहब जी ने बाणी उचारण की है, परमेश्वर की सिर सलाघा वाली आप भी उचारण करो ना वहाँ, क्योंकि आप भी उसे गुरता गद्दी दे तख्त पर हो। फिर आप जी ने कहा भी हाँ, परमेश्वर वाहिगुरू के सन्मुख जदों असीं होए सी उस वेले उस्ती रूप दे विच बाणी उचारण कीती सी। लो तुहानूं उही बाणी उचारण करके सुना दिंदे आ ते लिख लो। फिर दोबारा सिंघां दे बेनती करन तो गुरु गोबिंद सिंह साहब महाराज ने जो जाप बाणी है ये उचारण करके सिंघां नूं सुनाती ते लिखा दी सी। ये कंडे बाटे अमृत छकाउण तो पहला महाराज ने बाणी उचारण की सी। इस तरह की उसानक है। जदों आप जी ने कंडे बाटे का अमृत छकाया ते 5 बाणियां का नितनेम करने लिए आप जी ने आग्ञा की। फिर 12 सिंघां ने बेनती की सी कि महाराज जाप साहबाणी दे आप कृपा करके अर्थ भी सुनाओ। वो 12 सिंघां दे केड़े केड़े नाम सी वो कल दे आपां दीवान विच सारा प्रसंग सुनी लिया। उन्हां दी बेनती नूं मन के आप जी ने जाप साहब दे सारे अर्थ करके सुनाए सी, जिस करके ये 10 ग्रंथ की बाणी के अर्थां की टकसाल मानो आनंदपुर साहब विच आप जी ने प्रारंभ कर दी। इस तरह जदों आप जी नदेड़ शहर विखे जिथे अवचल नगर है सचखंड स्थान है इत्थे आए सन ते गुरता गद्दी के तख्त देने तो पहला इत्थे ही आप जी ने जो 10 ग्रंथ साहब की पवित्र बाणी है और अर्थ करके सुनाए सन। इहदा जिहड़ा बाणी का उचारण का जिहड़ा सबब है कारण है वो बनिया सी। काशी तो काशी राम नाम का पंडित विद्वान चल के आनंदपुर साहब विखे आया सी। इसने आप जी अगे बेनती की कि महाराज जिस तरह आप जी का जशीला वीर रसी खालसा पंथ है इस तरह इन्होंने महाराज पढ़ने वास्ते वीर रसी बाणी भी चाहिए है। महाराज कहते भी ये तो यथार्थ क्या है, भावें श्री गुरु ग्रंथ साहब दे विच वीर रसी बाणी हैगी है पर तेरे ख्याल नूं जान के सिंघां नूं खालसे पंथ नूं वीर रसी बाणी बख्शण वास्ते असीं अपने मुखारबिंद तो बाणी उचारांगे। जिहदे विच जंगां युद्धां दे भी प्रसंग होणगे और जिहड़े कोई तरह तरह के छल छिद्र है छल कपट है उन्हां तो बचण वास्ते भी कोई साडे वचन होणगे। इस तरह मुख रूप दे विच ओहदी अकाल पुरख वाहिगुरू की उस्ती ही होवेगी। तो इस तरह उसकी बेनती नूं मनदिया होया फिर आप जी ने पहला भी जिहड़ी कोई बाणी उचारण की सी पौंटे साहब इस तरह आनंदपुर साहब जो बघौर साहब स्थान गुरुद्वारा बनया है समर 17 सहज पुनर्जय अर्ध सहज पुन 3 के जय भादुर सुदी अष्टमीरा वारा तीर्थ द्रव ग्रंथ सुधारा। जिथे जिथे बैठ के बाणी आप जी उचारते कर रहे उत्थे उत्थे वो जगह का नाम भी आप जी ने लिया है। जेड़े जेड़े सम्मत विच आप जी ने बाणी उचारण की समाप्त की
ਉਸ ਸੰਮਤ ਦਾ ਵੀ ਵਰਣਨ ਨਾਲ ਹੈ ਵੀ ਇਹ ਵਿਕਰਮੀ ਸੰਮਤ ਫਲਾਣੇ ਵਿੱਚ ਅਸੀਂ ਫਲਾਣੀ ਜਗ੍ਹਾ ਬੈਠ ਕੇ ਬਾਣੀ ਉਚਾਰਨ ਕਰਕੇ ਸੰਪੂਰਨ ਕੀਤੀ। ਔਰ ਰਹਿਰਾਸ ਦੇ ਵਿੱਚ ਵੀ ਜਦੋਂ ਅਸੀਂ ਆ ਪੜ੍ਹਦੇ ਹਾਂ ਬੇਨਤੀ ਚੌਪੀ ਵਿੱਚ, ਉਹਦੇ ਵਿੱਚ ਗੁਰੂ ਕਲਗੀਧਰ ਜੀ ਦੇ ਲਫ਼ਜ਼ ਆ ਜਾਂਦੇ, ਸੰਮਤ 17 ਸਹਿਜ ਪੰਡਜੈ ਅਰਧ ਸਹਿਜ ਪੰਥੀਨ ਕਹਿਜੈ, ਭਾਦਰ ਸੁਦੀ ਅਸ਼ਟਮੀ ਰਾ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਜਾਂ ਸੰਮਤ 17 ਸਹਿਜ 55 ਹਾੜ ਬੜੀ ਪ੍ਰਥਮੈ ਸਖਦਾਵਨ, ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਹ ਲਹੋ ਸੁਧਾਰਾ। ਇਸ ਤਰ੍ਹਾਂ ਸਪਸ਼ਟ ਹੈ। ਇਹਨਾਂ ਲਫ਼ਜ਼ਾਂ ਦੇ ਸਪਸ਼ਟ ਹੁੰਦਿਆਂ ਹੋਇਆਂ ਜੇ ਕੋਈ ਹੁਣ ਕਿੰਤੂ ਪ੍ਰੰਤੂ ਕਰੀ ਜਾਏ ਵੀ ਇਹ ਜਿੰਨੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਹੀਂ ਹੈ, ਇਹ ਤਾਂ ਕਵੀਆਂ ਦੀ ਬਾਣੀ ਹੈ। ਕਿਹੜਾ ਕਵੀ ਹੈ ਵੀ ਜਿਹੜਾ ਆਪਣੀ ਬਾਣੀ ਦੇ ਮੁੱਢ ਦੇ ਵਿੱਚ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਲਿਖ ਸਕਦਾ ਹੈ? ਅਜੇ ਤੱਕ ਲਿਖਣ ਦੀ ਕੋਸ਼ਿਸ਼ ਕਰੀ ਕਿਸੇ ਨੇ? ਜੇ ਕਿਸੇ ਨੇ ਕੋਈ ਮਾੜਾ ਮੋਟਾ ਵੀ ਹੈ ਚਾਰ ਟੱਪੇ ਲਿਖ ਕੇ ਕਹਿ ਕੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਜੀ ਕੀਤੀ ਹੈ, ਉਹਨਾਂ ਨੂੰ ਗੁਰਸਿੱਖਾਂ ਨੇ ਕੋਈ ਨਹੀਂ ਪ੍ਰਾਵਣਾਨ ਕੀਤਾ ਹੈ। ਹੋਏ ਤੁਰਕ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣਾ ਪੂਰੇ ਮਾਹੇ ਸਮਾਏ। ਇਹਦੇ ਵਿੱਚ ਕਈ ਭਾਵੇਂ ਵੀ ਇਹ ਤੁਰਕੀ ਬਾਣੀ ਦੇ ਵਿੱਚ ਜਿਹੜੀ ਭਗਤਾਂ ਦੀ ਬਾਣੀ ਹੈ, ਇਹੋ ਜਿਹੇ ਲਫ਼ਜ਼ ਗੁਰੂ ਅਮਰਦਾਸ ਸਾਹਿਬ ਦੇ ਸਨਮੁਖ ਰੱਖ ਕੇ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਇਹ ਸਤਿਗੁਰੂ ਦੀ ਬਾਣੀ ਤੋਂ ਬਗੈਰ ਹੋਰ ਸਾਰੀ ਕੱਚੀ ਬਿੱਲੀ ਹੈ। ਇਹ ਨਹੀਂ ਚਾਹੀਦੀ, ਭੱਟਾਂ ਦੀ ਨਹੀਂ ਚਾਹੀਦੀ, ਸੱਤੇ ਬਲਵੰਡ ਦੀ ਨਹੀਂ ਚਾਹੀਦੀ, ਰਾਗਮਾਲਾ ਵਿੱਚ ਮਹੱਲਾ ਨਹੀਂ ਲਿਖਿਆ, ਰਾਹ ਨਹੀਂ ਆਉਂਦਾ, ਇਹ ਵੀ ਕੱਚੀ ਬਾਣੀ। ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਬੰਧ ਵਿੱਚ ਵੀ ਇਹ ਲਾਣੇ ਰੌਲਾ ਪਾਇਆ ਸੀ। ਹੁਣ ਉੱਧਰ ਤਾਂ ਗੱਲ ਇਹਨਾਂ ਦੀ ਚੱਲੀ ਨਹੀਂ ਹੈ। ਹੁਣ ਉੱਧਰੋਂ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਵੱਲ ਰੌਲਾ ਪਾਉਣ ਲੱਗ ਪਏ। ਕਹਿੰਦੇ ਇਹ ਨਹੀਂ ਮਹਾਰਾਜ ਦੀ ਬਾਣੀ। ਜੇ ਬੁਲਾਏ ਨਹੀਂ ਬਾਣੀ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਿਰ ਕਿਸੇ ਕਵੀ ਦੀ ਬਾਣੀ ਪੜ੍ਹੀ ਹੈ ਖੰਡੇ ਵਾਟੇ ਦੇ ਅੰਮ੍ਰਿਤ ਤਿਆਰ ਕਰਨ ਵਾਸਤੇ, ਕੋਈ ਮੰਨ ਜੂਗਾ? ਤੇ ਫਿਰ ਜੇ ਹੋਰ ਕਿਸੇ ਕਵੀ ਦੀ ਬਾਣੀ ਸੀ ਫਿਰ ਉਹ ਕਵੀ ਦਾ ਨਾਮ ਮਹਾਰਾਜ ਲਿਖ ਦਿੰਦੇ। ਜਿੱਥੇ ਆਪਣੀ ਬਾਣੀ ਹੈ ਉੱਥੇ ਤਾਂ ਸਿੱਧਾ ਨਾਂ ਹੈ, ਉਹ ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਆਪਣਾ ਨਾਂ ਹੈ ਵੀ ਮੈਂ ਮਹਾਰਾਜ ਤੁਹਾਡਾ ਦਾਸ ਹਾਂ, ਬਾਂਹ ਫੜੇ ਦੀ ਮੇਰੀ ਲਜਿਆ ਰੱਖਣੀ। ਕੋਈ ਕਵੀ ਆਪਣਾ ਨਾਂ ਗੋਬਿੰਦ ਸਿੰਘ ਜਾਂ ਗੋਬਿੰਦ ਦਾਸ ਰਖਾ ਕੇ ਲਫ਼ਜ਼ ਲਿਖ ਸਕਦਾ ਹੈ? ਨੇ ਐਵੇਂ ਲੋਕਾਂ ਨੂੰ ਭੁਲੇਖੇ ਪਾਉਣ ਵਾਸਤੇ ਨਾ ਵੀ ਇਹ ਨਹੀਂ ਮਹਾਰਾਜ ਦੀ ਬਾਣੀ। ਕਾਰਨ ਸਿਰਫ ਇਹ ਹੈ ਵੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਨੂੰ ਖੰਡਤਾ ਨਾ ਫਿਰ ਸਾਨੂੰ ਰਾਹ ਮਿਲ ਜੂਗਾ। ਅਸੀਂ ਕਹਾਂਗੇ ਜਦੋਂ ਇਹ ਮਹਾਰਾਜ ਦੀ ਬਾਣੀ ਨਹੀਂ ਫਿਰ ਮਹਾਰਾਜ ਨਹੀਂ ਕੋਈ ਹੋਏ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਫਿਰ ਹੋਏ। ਕਿਉਂਕਿ ਜਦੋਂ ਉਹਨਾਂ ਦੀ ਬਾਣੀ ਦੇ ਅਸੀਂ ਖੰਡਨ ਕਰਤਾ ਉਹ ਤੋਂ ਮੁਨਕਰ ਹੋ ਗਏ, ਤੇ ਫਿਰ ਜਿਸ ਬਾਣੀ ਨੇ ਮਹਾਰਾਜ ਨੇ ਬਾਣੀ ਵਿਚਾਰੀ ਉਹ ਵੀ ਖੰਡਨ ਹੋ ਗਏ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਕੋਈ ਹੋਏ ਤੇ ਫਿਰ ਜਿਹੜਾ ਕੋਈ ਪੰਜ ਪਿਆਰੇ ਦਾ ਸੀਸ ਲੈਣੇ ਆ, ਕੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ ਹੈ, ਖਾਲਸੇ ਪੰਥ ਦੀ ਸਿਰਜਣਾ ਕਰਨੀ ਹੈ, ਜਦੋਂ ਮਹਾਰਾਜ ਨਹੀਂ ਹੋਏ ਤੇ ਇਹ ਫਿਰ ਕੌਣ ਹੋਣਾ ਹੈ? ਇਹ ਵੀ ਖੰਡਨ ਹੋ ਜਾਊਗਾ। ਇਹ ਖੰਡਨ ਹੋ ਗਿਆ। ਫਿਰ ਜਿੱਥੇ ਮਹਾਰਾਜ ਨੇ ਬੈਠ ਕੇ ਉਹ ਕੇਸਗੜ੍ਹ ਦੀ ਧਰਤੀ ਉੱਪਰ ਆ ਸਾਰਾ ਕੁਝ ਕਰਿਆ, ਉਹਦਾ ਵੀ ਸਥਾਨ ਦਾ ਖੰਡਨ ਹੋ ਗਿਆ ਵੀ ਉਹ ਐਵੇਂ ਹੀ ਹੈ ਵਾਧੂ। ਯਾਨੀ ਇਹ ਲੋਕਾਂ ਦੀ ਜਿਨ੍ਹਾਂ ਦੀ ਮਾੜੀ ਨੀਤ ਹੈ ਨਾ, ਉਹ ਐ ਢੰਗ ਤਰੀਕੇ ਨਾਲ ਕੋਈ ਨਾ ਕੋਈ ਉਹ ਲੱਭ ਕੇ ਤੇ ਮਹਾਰਾਜ ਦਾ ਜਿਹੜਾ ਸੋਹਣਾ
सुंदर स्वरूप है, सोहनी कथा है, सोहने विचार है, सोहना सिद्धांत है, वो खंडन करना चाहते ने। इस तरह ये क्यों करते ने? वो पैसे का लोभ लालच ऐसा है जो किसी नूं दे दिओ तुसी ये दीन गवाया दुनी स्यों लिखा है कि मनुख जिहड़ा अपना दीन धर्म है दुनी की माया पिछे गवा दिंदा है, धर्म छड्ड दिंदा है। जिहड़े अपने असूल है अपना ਜਿਹਦੇ ਵਿੱਚ ਹੁੰਦਾ ਨਾ ਪੰਥ ਪੁੰਥ ਵਿੱਚ ਦੇਖ ਲਓ, ਰਾਤ ਨੂੰ ਕੋਈ ਦੇ ਦੇ ਗੱਪਾ, ਦਿਨ ਚੜ੍ਹਦੇ ਨੂੰ ਪੱਗ ਬਦਲ ਜਾਂਦੀ ਹੈ, ਖਿਆਲ ਬਦਲ ਜਾਂਦੇ ਹੈ, ਤੁਹਾਡੇ ਸਾਹਮਣੇ ਹੈ। ਇਹ ਮਾਇਆ ਕਰਕੇ ਤਬਦੀਲੀ ਹੈ। ਇਸ ਤਰ੍ਹਾਂ ਇਹ ਜਿਹੜੇ ਲੋਕ ਪੜ੍ਹੇ ਲਿਖੇ ਇਹਨਾਂ ਨੂੰ ਕੋਈ ਮਾਇਆ ਦੇ ਗੱਫੇ ਦੇ ਦੇ ਤੇ ਇਹ ਵੀ ਇਹ ਬਕਵਾਸ ਕਰਨ ਲੱਗ ਜਾਂਦੇ, ਭਾਵੇਂ ਇਹਨਾਂ ਨੂੰ ਪਤਾ ਹੁੰਦਾ ਵੀ ਮਹਾਰਾਜ ਦੀ ਬਾਣੀ ਹੈ, ਪਰ ਮਾਇਆ ਪਿੱਛੇ ਝੂਠ ਬੋਲੀ ਜਾਂਦੇ। ਜਿਵੇਂ ਆ ਪਟਿਆਲੇ ਇੱਕ ਕਿਸ਼ਪੁਨੇ ਦੀ ਬੀਬੀ ਪੜ੍ਹਦੀ ਹੈ, ਤੇ ਉਹ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਕੁਛ ਲਿਖਣ ਲੱਗੀ, ਬਾਣੀ ਦੇ ਸੰਬੰਧ ਵਿੱਚ। ਉੱਥੇ ਵੀ ਇਹ ਵਿੱਚ ਲਾਣਾ ਹੈਗਾ। ਤੇ ਉਹ ਕਹਿਣ ਲੱਗੇ ਵੀ ਜੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਸੰਬੰਧ ਵਿੱਚ ਤੂੰ ਲਿਖੇਂਗੀ ਵੀ ਇਹ ਨਹੀਂ ਮਹਾਰਾਜ ਦੀ ਬਾਣੀ, ਫਿਰ ਤਾਂ ਇੱਕ ਇੱਕ ਮਜ਼ਮੂਨ ਦਾ ਤੈਨੂੰ 5000 ਰੁਪਈਆ। ਤੇ ਜੇ ਲਿਖੇਂਗੀ ਵੀ ਮਹਾਰਾਜ ਦੀ ਬਾਣੀ ਹੈ ਫਿਰ ਤੈਨੂੰ ਦੁੱਕੀ ਨਹੀਂ ਮਿਲਣੀ। ਇਹ ਸ਼ਾਇਦ ਫਿਰ ਤੈਨੂੰ ਆ ਡਿਪਲੋਮਾ ਵੀ ਨਾ ਮਿਲੇ, ਫਿਰ ਤੈਨੂੰ ਫੇਲ ਕਰ ਦਈਏ ਅਸੀਂ, ਵੀ ਪਾਸ ਬਣਾ ਹੋਵੇ, ਨੰਬਰ ਬਣਾ ਮਿਲਣ ਤੈਨੂੰ। ਵੀ ਜੇ ਤੂੰ ਮਹਾਰਾਜ ਦੀ ਬਾਣੀ ਵੀ ਇਹ ਨਹੀਂ ਹੈਗੀ, ਇਉਂ ਕਿ ਲਿਖੇਂਗੀ ਵਿਰੋਧਤਾ ਵਿੱਚ, ਫਿਰ ਮਾਇਆ ਮਿਲੇਗੀ। ਸੋ ਇਸ ਤਰ੍ਹਾਂ ਇਹ ਚੱਕਰ ਚੱਲ ਰਿਹਾ ਅਖਬਾਰਾਂ ਰਾਹੀਂ ਵੀ ਬਹੁਤ ਵੱਡਾ। ਇਸੇ ਕਰਕੇ ਆਪਾਂ ਇਹ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਹੈ। ਤੇ ਜਿਹੜੇ ਲੋਕ ਜਾਂ ਭੁਲੇਖਾ ਪਾਈ ਜਾਂਦੇ ਨਾ ਕਿ ਕਿਤੇ ਪੰਜਾਬ ਸਾਹਿਬ ਨਾ ਪੜ੍ਹਨੋਂ ਹਟ ਜਾਣ, ਰਹਿਰਾਸ ਵਿੱਚ ਜਿਹੜੀ ਕੋਈ ਬੇਨਤੀ ਝੋਪੀ ਹੈ ਨਾ, ਕਿਤੇ ਕਹਿ ਦੇਣ ਵੀ ਇਹ ਤਾਂ ਮਹਾਰਾਜ ਦੀ ਬਾਣੀ ਨਹੀਂ ਆਪਾਂ ਕਿ ਪੜ੍ਹਨੀ, ਰਹਿਰਾਸ ਤੇ ਮੁੜਕਰ ਹੋ ਜਾਣ। ਅੰਮ੍ਰਿਤ ਵੇਲੇ ਜਿਹੜੇ ਸੁਦਾ ਸੁਭੀਏ ਬੇਨਤੀ ਝੋਪੀ ਹੈ, ਇਹ ਲਾਣੇ ਦਾ ਕੀ ਹੈ? ਵੀ ਇਹਨਾਂ ਦਾ ਪ੍ਰਚਾਰ ਹੀ ਇਹੋ ਜਿਹਾ ਹੈ, ਕਿਉਂਕਿ ਜਿਹੜਾ ਪ੍ਰਚਾਰ ਦਾ ਪ੍ਰਭਾਵ ਬਹੁਤ ਪੈਂਦਾ ਹੈ। ਉਹ ਦੋ ਚਾਰ ਜਾਣੇ ਕੋਈ ਪ੍ਰਚਾਰ ਐਸਾ ਕਰ ਦੇਣ, ਮਨੁੱਖ ਦਾ ਮਨ ਪ੍ਰਭਾਵਿਤ ਹੋ ਜਾਂਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਵਿੱਚ ਇੱਕ ਚਰਿੱਤਰ ਲਿਖਿਆ ਹੈ ਇਸੇ ਸੰਬੰਧ ਵਿੱਚ ਹੀ, ਵੀ ਚਾਰ ਜਾਲ ਮਿਲ ਮਤਾ ਪਕਾਇਆ। ਵੀ ਚੌਹਾਂ ਦੋਸਤਾਂ ਨੇ ਮਿਲ ਕੇ ਆਪੋ ਵਿੱਚ ਹੀ ਮਤਾ ਪਕਾ ਲਿਆ। ਮਤਾ ਕੀ ਹੈ? ਵੀ ਕੋਈ ਜ਼ਿਮੀਂਦਾਰ ਉਹ ਪਠੋਰਾ ਜਿਹਾ ਚੱਕੀ ਜਾਂਦਾ ਸੀ, ਛੋਟਾ ਜਿਹਾ ਬੱਕਰੀ ਦਾ ਬੱਚਾ ਚੱਕੀ ਜਾਂਦਾ ਸੀ, ਤੇ ਉਹਨਾਂ ਨੇ ਮੁਕਾ ਲਿਆ ਮਤਾ ਵੀ ਆਪਾਂ ਇਹ ਤੋਂ ਖੋਣਾ, ਇਹ ਤੋਂ ਲੈਣਾ। ਤੇ ਮਤਾ ਕੀ ਮੁਕਾਇਆ? ਵੀ ਆਪਾਂ ਚਾਰੇ ਜਣੇ ਥੋੜ੍ਹਾ ਥੋੜ੍ਹਾ ਫਾਸਲੇ ਤੇ ਖੜ ਲਓ, ਇੱਕ ਫਰਲਾਂਗ ਦਾ, ਇੱਕ ਫਰਲਾਂਗ ਤੇ ਮੈਂ ਖੜਾ, ਦੂਜੀ ਅਗਲੀ ਫਰਲਾਂਗ ਤੇ ਤੂੰ ਖੜ ਜਾ, ਤੀਜੇ ਤੇ ਮੈਂ, ਚੌਥੇ ਤੇ ਉਹ ਖੜ ਜੂਗਾ। ਤੇ ਆਪਾਂ ਇਹਨੂੰ ਕਹਿਣਾ ਵੀ ਕਿਵੇਂ ਤੂੰ ਕਤੂਰਾ ਜਿਹਾ ਚੁੱਕੀ ਜਾਂਦਾ ਹੈ। ਇਹਨੇ ਮੰਨਣਾ ਨਹੀਂ ਹੈ। ਫਿਰ ਜਦੋਂ ਦੂਜੇ ਕੋਲ ਜਾਊਗਾ ਉਹਨੇ ਵੀ ਇਹੀ ਕਹਿਣਾ ਵੀ ਕਿਵੇਂ ਤੂੰ ਕਤੀੜ ਚੁੱਕੀ ਹੈ, ਕਤੂਰਾ ਚੁੱਕਿਆ, ਸਿੱਟ ਨੂੰ ਪਰੇ, ਮੋਢਿਆਂ ਤੇ ਚੁੱਕਿਆ ਕਿਉਂ? ਕੁੱਤੇ ਨੂੰ ਕੋਈ ਚੁੱਕਦਾ ਹੁੰਦਾ ਹੈ? ਤੇ ਚੌਹਾਂ ਨੇ ਮਤਾ ਪਕਾ ਲਿਆ, ਚਰਿੱਤਰ ਖੇਡਤਾ। ਜਦੋਂ ਪਹਿਲੇ ਕੋਲ ਗਿਆ ਨਾ ਉਹ ਜ਼ਿਮੀਂਦਾਰ, ਉਹਨੂੰ ਕਹਿੰਦੇ ਉਹ ਸਿਆਣਾ ਹੈ, ਭਲੇ ਮਾਨਸ ਹੈ, ਕੁੱਤਾ ਕਿਵੇਂ ਕਤੂਰਾ ਕਿਵੇਂ ਚੱਕੀ ਪੈਦਾ ਮੋਢੇ ਤੇ, ਛੱਟੇ ਨੂੰ ਬਰੇ। ਪਿੰਡੇ ਥੋੜ੍ਹੇ ਕਤੂਰੇ ਹੁੰਦੇ, ਕੁੱਤੇ ਥੋੜ੍ਹੇ ਹੁੰਦੇ ਨੇ, ਇਹਨੂੰ ਕੋਈ ਚੁੱਕੀ ਜਾਂਦਾ ਸੱਟ। ਉਹ ਕਹਿੰਦਾ ਕਤੂਰਾ ਨਹੀਂ ਹੈ,
बकरी का पठोरा है। कहना नहीं, ये कटोरा नहीं, ये कतूरा है। और जो दूजे कोल गया उन्हें भी कहा कि कतीर चुकी मोढ़िया ते वो जट्टा सट परे तो की करना है, थोड़ी पिंड च कर दी। कहना नहीं, कतीर नहीं है, कतूरा नहीं है, ये तो बकरी का पठोरा है। जो तीजे कोले गया उन्हें फिर वही कहता लफ्ज, जिमीदारा तू सियाना है, सूझबूझ वाला है, आ कुत्ता क्यों चक्या है? ये मोढ़िया ते चक्या गंदमंद कर दू, सारे कपड़े खराब कर दूगा, ये सिट परे इनू। वे बथेरे पिंड च फिरदे धक्के खांदे थां थां ते। जो तीजे थां ते हो गया ना, ते तीजे ने कहा फिर है तां उहदे कोले पठोरा ही सी, पर भुलेखा पै गया, प्रभावित हो गया। कहंदा भी जी पहला भी कहंदा सी, आ दूजा भी कही जांदा, आ तीजा भी कही जांदा भी किते पठोरा ना होवे, कतूरा ही ना होवे। ऐ जानी गिनती मिनती जी करन लग्या, चक्कर विच पै गया। जरा चौथे कोल गया, क्योंकि चौहां ने 4 जाल मिल मता पकाया भी ये लेना ही लेना है। चौथे ने भी कहता, वो जिमीदारा सियाना सूझबूझ रखता है, भले मानसा चंगे बढ़िया कपड़े पाए आ, कतूरा क्यों चुकी फिरदे मुंडे? इत्थों लगदा तू बेवकूफ है। वो कहंदे भी पहले ने भी कहा सी, अब पिछे जरा मैं पलांग ते खड़ा सी दूजे ते फिर आख्या, तीजे ने भी आख्या सी, मैं तो भी पिंड तो पठोरा ही लियांदा सी, ये सारे कही जाने कतूरा है। जे वे कतूरा मैं की करना है, तो फिर जाके परे मारे। ਜਦੋਂ ਲੰਘ ਗਿਆ ਕਿ ਉਹਨਾਂ ਨੇ ਮਤਾ ਪਕਾਇਆ ਸੀ ਵੀ ਆਪਾਂ ਲੈਣਾ ਹੈ। ਇਸ ਤਰ੍ਹਾਂ ਜਾਨੀ ਇੱਕ ਚਰਿੱਤਰ ਮਹਾਰਾਜ ਨੇ ਜੀ ਲਿਖਿਆ, 4 ਦੋਸਤਾਂ ਦਾ ਵੀ ਚਰਿੱਤਰ ਖੇਡ ਜਾਂਦੇ, ਵੀ ਮਨੁੱਖ ਨੂੰ ਇਹ ਪ੍ਰਭਾਵਿਤ ਕਰ ਜਾਂਦੇ ਇਹੋ ਜਿਹੀਆਂ ਸ਼ੈਤਾਨੀ ਨਾਲ ਗੱਲਾਂ ਬਾਤਾਂ ਕਰਕੇ। ਵੀ ਸਾਵਧਾਨ ਰਹਿਣਾ ਚਾਹੀਦਾ, ਸਤਰਕ ਰਹਿਣਾ ਚਾਹੀਦਾ, ਕਿਸੇ ਦੇ ਗੱਲਾਂ ਵਿੱਚ ਆ ਕੇ ਨਹੀਂ ਪ੍ਰਭਾਵਿਤ ਹੋਣਾ ਚਾਹੀਦਾ ਹੈ। ਵੀ ਆਪ ਸੂਝ-ਬੂਝ ਨਾਲ ਵਿਚਾਰਨਾ ਚਾਹੀਦਾ ਹੈ, ਕਿਸੇ ਦੇ ਮਗਰ ਲੱਗ ਕੇ ਨਹੀਂ ਉੱਲੂ ਬਣਨਾ ਚਾਹੀਦਾ। ਇਹ ਵੀ ਉਹ ਚਰਿੱਤਰ ਖੇਡ ਜਾਣ ਤੇਰੇ ਨਾਲ, ਫਿਰ ਤੂੰ ਸਿਆਣਾ ਕਾਹਦਾ ਹੋਇਆ? ਉਹ ਮਹਾਰਾਜ ਨੇ ਇਸ ਤਰ੍ਹਾਂ ਇਹ ਵੀ ਸਾਵਧਾਨ ਰਹਿਣਾ। ਉੱਥੋਂ ਚਰਿੱਤਰ ਤੋਂ ਇਹ ਸਮਝ ਲਓ, ਜਿਹੜਾ ਆਪਣਾ ਮਹਾਰਾਜ ਦਾ ਜਿਹੜਾ ਸਿਧਾਂਤ ਹੈ ਉਹਦੇ ਵਿੱਚੋਂ ਕੁਝ ਗ੍ਰਹਿਣ ਕਰ ਲੈਣਾ, ਵੀ ਇਹ ਮਤਲਬ ਵੀ ਮਨੁੱਖ ਜੇ ਇਹੋ ਜਿਹੇ ਲੋਕ ਮਤਾ ਪਕਾ ਕੇ ਨਾ ਆ ਚਰਿੱਤਰ ਖੇਡਣਾ, ਇਹ ਖਾਲਸਾ ਜੀ ਤੁਸੀਂ ਸਾਵਧਾਨ ਰਹਿਣਾ। ਹੁਣ ਇਹ ਵੀ ਚਰਿੱਤਰੀ ਖੇਡ ਰਹੇ ਲਾਣਾ। ਜਿਹੜਾ ਉੱਠਦਾ ਕਹਿੰਦਾ 10 ਗ੍ਰੰਥ ਦੀ ਬਾਣੀ ਨਹੀਂ ਮਹਾਰਾਜ ਦੀ, ਦੂਜਾ ਉੱਠਦਾ ਕਹਿੰਦਾ ਇਹ ਮਹਾਰਾਜ ਦੀ ਬਾਣੀ ਨਹੀਂ ਹੈ। ਇੱਧਰ ਇੱਕ ਫਰੀਦਾਬਾਦ ਤਾਂ ਮਾਈਆਂ ਵੀ ਮਗਰ ਲਾ ਲਈਆਂ ਇਹਨਾਂ ਨੇ। ਉਹ ਜਦੋਂ 13 ਤਰੀਕ ਆਉਂਦੀ ਨਾ, ਉਦੋਂ ਇੱਕ ਜਿਹੜੀ ਮੂਹਰੇ ਜਥੇਦਾਰ ਨੇ ਬਣਾਈ, ਉਹਨੂੰ ਕੋਈ ਪੈਸੇ ਦਿੱਤੇ ਖੁੱਲ੍ਹੇ, ਤੇ ਉਹ ਮਹਾਰਾਜ ਦੀ ਬਾਣੀ ਦੇ ਕੁਝ ਪੱਤਰੇ ਜਿਹੇ ਲੈ ਕੇ ਅੱਗ ਲਾਉਂਦੀ ਹੈ, ਤੇ ਹਾਏ ਹਾਏ ਦੁਹਾਈ ਬਚਾਉਂਦੀ ਹੈ ਉਹ। ਜਦੋਂ ਦਾ ਇੱਥੇ ਹੋਇਆ, ਹੋਰ 2-3 ਸਾਈਂ ਆਈ ਸਮਾਗਮ ਜਾਏ ਹੋਇਆ, ਉਦੋਂ ਤੋਂ ਲੈ ਕੇ ਹਟ ਉੱਟ ਗਏ ਇਹ। ਇਸ ਤਰ੍ਹਾਂ ਇੱਕ ਸਾਡੇ ਵਿੱਚੋਂ ਵੱਡਾ ਵਿਦਵਾਨ ਕਹਾਉਂਦਾ ਵੀ ਇਹ ਥਾਂ ਥਾਂ ਤੇ ਕਹਿੰਦਾ ਨਹੀਂ ਇਹ ਮਹਾਰਾਜ ਦੀ ਬਾਣੀ ਨਹੀਂ ਹੈ। ਆਹ ਪੰਥ ਪ੍ਰੀਤ ਸਿੰਘ ਇਹ ਵੀ ਬਕਵਾਸ ਕਰਦਾ ਹੈ, ਤੇ ਕਹਿੰਦਾ ਮੈਂ ਨਹੀਂ ਮੰਨਦਾ। ਹਾਂ ਕਹਿੰਦਾ ਮੈਂ ਤਾਂ ਮੰਨੂ ਜੇ ਮੇਰੀ ਕੋਈ ਤਸੱਲੀ ਕਰਾ ਦੇ। ਇਹ 'ਚ ਪਟਿਆਲੇ ਭਾਸ਼ਾ ਵਿਭਾਗ ਦੇ ਜਿੰਨੇ ਵਿਦਵਾਨ ਆ, ਉੱਥੇ ਕੋਈ ਸਮਾਨੀਅਤ ਕੀਤਾ ਗਿਆ ਸੀ, ਮਹੱਤਵ ਵੀ ਉਹਦੇ ਵਿੱਚ ਸ਼ਾਮਲ ਹੋਇਆ ਸੀ। ਫਿਰ ਉਹ ਵਿਦਵਾਨਾਂ ਨੇ ਇਹਦੀ ਤਸੱਲੀ ਤਾਂ ਪੂਰੀ ਕਰਾ ਦਿੱਤੀ ਸੀ ਵੀ ਹਾਂ ਇਹ ਮਹਾਰਾਜ ਦੀ ਬਾਣੀ ਹੈ।
बहादुर ने भी दो लफ्ज कहते भी तेनू की भला इल्हाम हो गया कि मोहम्मद साहब तेनू कोई पैगाम आ गया उपरों महाराज की बाणी नहीं है। कोई उत्तर नहीं आया सी, पर हम ना मानो जिवें बांदरा सुनता ना कहते क्यों भी मनता है बांदर ते बांदर ही कहते नहीं हम नहीं मानू। वो सारा लाउंदा हुंदा है। वो जिन्होंने पैसे मिले होंगे ना फिर हम ना मानू कह देंगे ने, कहते भी नहीं तसल्ली पूरी नहीं हुई गल उत्थे कोई आई नहीं इनू बहादुर गवाह बैठे है जिथे मर्जी कहा लो भावें जज को कहा दो मैं कह दूंगा भी उत्थे गए सी ये बोल नहीं सकिया सी। पर प्रचार फिर भी ये करता नहीं महाराज की बाणी नहीं है कोई दींदा है भी जेब गर्म की है किसी ने। सो रो विचार सो ऐसी जी ये अकाल पुरख की अस्थि नाल भरी हुई बाणी है वही आप विचार प्रारंभ की है। वो जिमें महाराज ने उच्चारण की वो जिमें सबब बनया वह भी प्रसंग आप पढ़ लिया कि काशी राम तो काशी राम नाम का विद्वान महाराज को आया सी उसने कहा सी भी तुसी वीर रसी बाणी उच्चारण करो। महाराज ने फिर वीर रसी बाणी उच्चारण की। तो इस तरह अज आप हम मुढ़ तो पहले दिन तो सिर्फ सरल जे अर्थ कर ले एक ओंकार सतगुर प्रसाद। अज थोड़े जे कोई वेदांत मत नूं ज़्यादा तरजीह देने वाले वेदांत मत दे विच जिवें अर्थ किए जाते एक ओंकार सतगुर प्रसाद थोड़े थोड़े जे सूखम जिहड़े गहर गंभीर ਉਹਦੇ ਵਿੱਚ ਪ੍ਰਵਿਰਤ हो जाने क्योंकि कई बार ऐसा होंदा भी ये तो एक ओंकार सतगुर प्रसाद एक अद्वैत रूप इको एक परमेश्वर सब दा प्रकाश सतगुरु की कृपा करके प्राप्त हो जाता सीधे सरल अर्थ है। हुण थोड़े जे भी गहर गंभीर थोड़े जे सूक्ष्म अर्थ वेदांत मत अनुसार भी एक जिमें वेद विच हुंदा एकमेवा अद्वितीय ब्रह्म एको एक एव निश्चय करके ब्रह्म ही है अद्वितीय परमेश्वर वर्गा होर कोई दूजा नहीं है। बाकियां वर्गे भावें नहीं है पर फिर भी मंत्रा जा तो मिल ही जाता ना कह देंगे भी तो फलाने वर्गा दींदा जा रहा और क्रिया करके वो बोल चाल तो पछाण लेंदे भी महांदरा मिल गया उंज है नहीं वो। पर परमेश्वर वर्गा कोई नहीं कह सकते वह महांदरा भी ये परमेश्वर नाल मिलता है यदी क्रिया यदी बोल चाल भी रब वर्गी मिलती है ना परमेश्वर इको एक है। ये जो गुरु नानक साहब महाराज जी काशी विच गए इत्थे विद्वानां दा जिहड़ा ओम शब्द आउंदा ओंकार आउंदा है इहदे संबंध विच 63 तरह के झगड़े पए हुए सी। कोई ओंकार नूं और 2.5 मात्रा का मनदा सी कोई 3 मात्रा का ओंकार कोई 3.5 कोई 4 मात्रा का। तो जो गुरु नानक साहब महाराज जी गए अपना अद्वैत सिद्धांत जनाने वास्ते महाराज ने ओंकार दे पहला एक गल लिखा के कहते भी साडा अद्वैत मत है। वो जोड़ा ओंकार है ना सब का प्रकाश किते सब का रख त्रिगुण रूप आकार रूप और रजोगुणी की प्रधानता करके आकार रूप वो ब्रह्मा रूप है भी वही एक है। इसे तरह वो सतोगुण की प्रधानता होने करके आकार रूप होने करके वो विष्णु का रूप भी एक ही है।
ਤੇ ਇਸੇ ਤਰ੍ਹਾਂ ਤਮੋਗੁਣੀ ਦੀ ਪ੍ਰਧਾਨਤਾ ਹੋਣ ਕਰਕੇ ਜਿਹੜਾ ਮਕਾਰ ਰੂਪ ਸ਼ਿਵ ਰੂਪ ਹੈ ਉਹ ਵੀ ਇੱਕੋ ਇੱਕ ਆਪ ਹੀ ਹੈ। ਯਾਨੀ ਇੱਕੋ ਇੱਕ ਹੀ ਉਹ ਇੱਕ ਹੈ, ਫਿਰ ਅਨੇਕ ਹੈ, ਅਨੇਕਾਂ ਹੁੰਦਾ ਹੋਇਆ ਇੱਕ ਹੋ। ਅਨਕ ਰੂਪ ਕਿਨ ਮਾਹੇ ਕੁਦਰਤ ਧਾਰਦਾ, ਆਪਣੀ ਸ਼ਕਤੀ ਦੁਆਰਾ ਅਨੇਕਾਂ ਰੂਪ ਧਾਰਨ ਕਰ ਲੈਂਦਾ, ਪਰ ਹੈ ਉਹ ਇੱਕੋ ਇੱਕ। ਫਿਰ ਜਿਹੜਾ ਇੱਕੋ ਇੱਕ ਹੈ ਉਹ ਸੁਜਾਤੀ ਵਿਜਾਤੀ ਸਵੈਗਤ ਭੇਦ ਸੇ ਰਹਿਤ ਹੈ। ਇਹ ਥੋੜ੍ਹੇ ਜਿਹੇ ਸੂਖਮਤਾ ਵਿੱਚ ਅਰਥ ਹੈ ਵੀ ਸੁਜਾਤੀ ਭੇਦ ਉਹਦੇ ਵਿੱਚ ਹੈ ਨਹੀਂ ਹੈ, ਬਾਕੀ ਸੁਜਾਤੀ ਭੇਦ ਵਾਲੇ ਬੇਅੰਤ ਹੈ। ਇੱਕ ਬ੍ਰਾਹਮਣ ਹੈ, ਉਹਦੇ ਵਰਗੇ ਬ੍ਰਾਹਮਣ ਕਿੰਨੇ ਹਜ਼ਾਰਾਂ ਨੇ, ਤੇ ਪਰਮੇਸ਼ਰ ਦੇ ਵਰਗਾ ਪਰਮੇਸ਼ਰ ਤਾਂ ਨਹੀਂ ਕੋਈ ਹੈਗਾ। ਇਸ ਕਰਕੇ ਜਿਵੇਂ ਕਿਸੇ ਬ੍ਰਾਹਮਣ ਦੇ ਮੁਕਾਬਲੇ 'ਤੇ ਦੂਜਾ ਬ੍ਰਾਹਮਣ ਖੜਾ ਹੈ, ਪਰਮੇਸ਼ਰ ਦੇ ਮੁਕਾਬਲੇ 'ਤੇ ਕੋਈ ਪਰਮੇਸ਼ਰ ਨਹੀਂ ਹੈਗਾ। ਇਸ ਕਰਕੇ ਉਸ ਜਾਤੀ ਭੇਦ ਨਹੀਂ ਹੈ। ਦੂਜਾ ਹੈ ਵਿਜਾਤੀ ਭੇਦ, ਇੱਕ ਜਾਤ ਤੋਂ ਬਗੈਰ ਦੂਜੀ ਜਾਤ ਉਹਦੇ ਦੇ ਮੁਕਾਬਲੇ 'ਤੇ ਹੈਗੀ ਹੈ। ਜਿਵੇਂ ਬ੍ਰਾਹਮਣ ਦੇ ਮੁਕਾਬਲੇ 'ਤੇ ਅੱਗੇ ਬੈਸ ਹੈ, ਖੱਤਰੀ ਹੈ, ਛਤਰੀ ਹੈ। ਇਸ ਤਰ੍ਹਾਂ ਪਰਮੇਸ਼ਰ ਵਿੱਚ ਵਿਜਾਤੀ ਭੇਦ ਨਹੀਂ ਹੈ ਵੀ ਉਹ ਤਾਂ ਹੈਗਾ ਬ੍ਰਾਹਮਣ, ਉਹਦੇ ਮੁਕਾਬਲੇ 'ਤੇ ਵੀ ਕੋਈ ਖੱਤਰੀ ਛਤਰੀ ਵੀ ਹੈਗਾ ਹੈ। ਨਹੀਂ, ਉਹਦੇ ਵਿੱਚ ਵਿਜਾਤੀ ਭੇਦ ਨਹੀਂ। ਇਸ ਕਰਕੇ ਉਹ ਇੱਕ ਹੈ, ਨਹੀਂ ਤਾਂ ਵਿਜਾਤੀ ਭੇਦ ਵਿੱਚ ਬੇਅੰਤ ਹੈ। ਇੱਧਰ ਬ੍ਰਾਹਮਣ ਹੈਗੇ, ਉਹਦੇ ਮੁਕਾਬਲੇ 'ਤੇ ਖੱਤਰੀ ਤੇ ਛਤਰੀ ਹੈਗੇ ਹਜ਼ਾਰਾਂ ਅਨੇਕਾਂ। ਇਹ ਉਹ ਪਰਮੇਸ਼ਰ ਦੇ ਵਿੱਚ ਜਾਤ ਪਾਤ ਹੈ ਨਹੀਂ, ਜਿਸ ਕਰਕੇ ਉਹ ਇਹਨਾਂ ਜਾਤਾਂ ਵਿਚਾਤਾਂ ਦੇ ਭੇਦ ਤੋਂ ਰਹਿਤ ਇੱਕ ਹੈ। ਉਹਦੀ ਕੋਈ ਜਾਤ ਪਾਤ ਨਾ ਹੋਣੇ ਕਰਕੇ ਉਹ ਇਸ ਤੋਂ ਰਹਿਤ ਹੈ। ਤੀਜਾ ਜਿਹੜਾ ਸਵੈਗਤ ਭੇਦ ਹੈ ਉਹ ਤੋਂ ਵੀ ਰਹਿਤ ਹੈ। ਇੱਕ ਉਹ ਪਰਮੇਸ਼ਰ ਸਵੈਗਤ ਭੇਦ ਹੈ ਵੀ ਆਪਣੇ ਆਪ ਵਿੱਚ ਵੱਖਰਾਪਣਾ ਪ੍ਰਤੀਤ ਹੁੰਦਾ ਹੈ। ਹੁਣ ਜਿਹੜਾ ਸਰੀਰ ਹੈ ਇਹਦੇ ਵਿੱਚ ਵੱਖਰਾਪਣਾ ਪ੍ਰਤੀਤ ਹੁੰਦਾ ਹੈ। ਹੱਥ ਹੋਰ ਤਰ੍ਹਾਂ ਦੇ ਹੈ, ਪੈਰ ਹੋਰ ਤਰ੍ਹਾਂ ਦੇ ਹੈ, ਲੱਕ ਹੋਰ ਤਰ੍ਹਾਂ ਦਾ, ਮੋਢੇ ਹੋਰ ਤਰ੍ਹਾਂ ਦੇ ਹੈ, ਗਲ ਹੋਰ ਤਰ੍ਹਾਂ ਦਾ, ਸਿਰ ਹੋਰ ਤਰ੍ਹਾਂ ਦਾ, ਕਨਜੇ ਹੋਰ ਤਰ੍ਹਾਂ ਦੇ ਹੈ। ਇਹ ਆਪਣੇ ਸਰੀਰ ਵਿੱਚ ਭੇਦ ਹੈ ਨਾ, ਵੱਖਰਾਪਣਾ ਹੈ। ਕਿਉਂ ਪਰਮੇਸ਼ਰ ਵਿੱਚ ਕਹਿੰਦੇ ਵੱਖਰਾਪਣਾ ਨਹੀਂ ਹੈ, ਉਹਦੇ ਵਿੱਚ ਆਪਣੇ ਆਪ ਵਿੱਚ ਕੋਈ ਭੇਦ ਨਹੀਂ ਹੈ, ਵੱਖਰਾਪਣਾ ਨਹੀਂ ਹੈ। ਕਿਉਂਕਿ ਭੇਦ ਤਾਂ ਸਰੀਰ ਕਰਕੇ ਹੁੰਦਾ ਨਾ, ਸਰੀਰ ਉਹਦਾ ਕੋਈ ਹੈ ਨਹੀਂ। ਚੱਕਰ ਚਿੰਨ ਤੋਂ ਬਾਹਰ ਆਇਆ ਉਹ ਤਾਂ ਅਸਰ ਚੇਤਨੰਦ ਸਰੂਪ ਹੀ ਹੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਪੰਨ ਹੈ। ਉਹ ਪਰਮੇਸ਼ਰ ਰੂਪ ਹੈ, ਅਨੂਪ ਹੈ। ਜਿਵੇਂ ਕਿ ਹੈ ਵੀ ਰੂਪਾਂ ਆਕਾਰਾਂ ਤੋਂ ਰਹਿਤ ਹੈ ਪਰਮੇਸ਼ਰ। ਇਸ ਤਰ੍ਹਾਂ ਵੀ ਉਹ ਸੁਜਾਤੀ ਵਿਜਾਤੀ ਸਵੈ ਭਗਤ ਭੇਦ ਰਹਿਤ ਹੋਣੇ ਕਰਕੇ ਪਰਮੇਸ਼ਰ ਇੱਕ ਹੈ। ਅੱਗੇ ਹੈ ਵੀ ਉਹ ਦੇਸ਼ ਕਾਲ ਵਸਤੂ ਪ੍ਰਛੇਦ ਹੈ, ਉਹਦੇ ਕਰਕੇ ਇੱਕ ਹੈ। ਉਹ ਕਈ ਚੀਜ਼ਾਂ ਜਿਹੜੀਆਂ ਕਿਸੇ ਦੇਸ਼ ਵਿੱਚ ਹੁੰਦੀਆਂ ਕਿਸੇ ਦੇਸ਼ ਵਿੱਚ ਨਹੀਂ ਹੁੰਦੀਆਂ। ਇਸ ਤਰ੍ਹਾਂ ਇਹਦੇ ਵਿੱਚ ਫਰਕ ਆ ਜਾਂਦਾ ਨਾ ਵੀ ਉਹ ਜਿਹੜੀਆਂ ਇੱਥੇ ਹੁੰਦੀਆਂ ਉੱਥੇ ਨਹੀਂ ਹੁੰਦੀਆਂ, ਉਹ ਕੱਟੀਆਂ ਜਾਂਦੀਆਂ ਵੀ ਇੱਥੇ ਹੈ ਨਹੀਂ। ਜਿਹੜਾ ਪਰਮੇਸ਼ਰ ਇੱਕੋ ਇੱਕ ਹੈ ਨਾ, ਉਹ ਐਸਾ ਨਹੀਂ ਹੈ ਵੀ ਇੱਥੇ ਹੈਗਾ ਤੇ ਉੱਥੇ ਹੈ ਨਹੀਂ। ਵੀ ਇੱਥੇ ਗੁਰਦੁਆਰੇ ਉੱਚੇ ਡੇਰੇ ਦਾ ਪਰਮੇਸ਼ਰ ਹੈਗਾ, ਸਾਡੇ ਘਰੇ ਹੈ ਨਹੀਂ, ਘਰ ਵਾਲੀ ਥਾਂ ਨਹੀਂ ਹੈ। ਉਹ ਇੱਕ ਇੱਕ ਸਰਬ ਵਿਆਪੀ ਹੋਣ ਕਰਕੇ, ਇਸ ਕਰਕੇ ਉਹ ਦੇਸ਼ ਕਰਕੇ ਉਹਦੀ ਹੁਣ ਅਣਹੋਂਦਤਾ ਨਹੀਂ ਹੈ। ਦੇਸ਼ ਕਰਕੇ ਥਾਂ ਕਰਕੇ ਨੂੰ ਉਹਨੂੰ ਕਿਹਾ ਜਾ ਸਕਦਾ ਵੀ ਇੱਥੇ ਨਹੀਂ ਪਰਮੇਸ਼ਰ ਹੈਗਾ। ਇਸੇ ਤਰ੍ਹਾਂ ਦੇਸ਼ ਕਾਲ ਸਮੇਂ ਕਰਕੇ ਉਹ ਪ੍ਰਛੇਦ ਨਹੀਂ ਹੁੰਦਾ ਹੈ।
बाकी समय करके कई चीज़ां समय अनुसार होंदियां, समय तो बगैर वो खत्म होंदियां नहीं होंदियां, वो समय समय अनुसार ही होंदियां, समय तो बगैर नहीं। साडा भी हुण समा हैगा, असीं हैगे हैं, कोई ऐसा समा भी आऊगा असीं नहीं होवांगे, सानू चार जने चक के लकड़ां ते रख के फूक देणगे, फिर बस असीं है नहीं। हुण समय अनुसार हैगे हैं, हम आदमी एकदम ही मोहलत न जाना भी समा दा कोई पता नहीं भी कदों ना होईए। असीं परमेश्वर दे संबंध विच असीं इहो नहीं कह सकदे भी पिछले समय तां परमेश्वर सी हुण भी हैगा है, आउण वाले समय विच भी फलाने समय परमेश्वर नहीं होऊगा, फलाने संमत विच फलानी सदी विच रब मर जू। इस तरह कहते देश काल वस्तु प्रछेद है। दूजा तीजा वस्तु, किसी वस्तु करके प्रछेद हो जाता है, जिवें साडे ते कोई किरपान चला दे, कोई बरछा मार दे, बंदूक दा गोली मार दे, असीं कट्टे जाने मारे जाने, या कोई वस्तु किसी जगह हुंदी है किसी वस्तु नहीं हुंदी, वो परमेश्वर नहीं कट्टिया जा सकता, वो सारे थावां विच है, सारे समयां विच है, ते किसी वस्तु दे नाल वो कट्टिया वढिया नहीं जाता है, वो ऐसा है एक परमेश्वर। बाकी वस्तुआं कम करदियां, साडे ते गोली भी कम करदी है, गड़ासा भी, कटार भी, किरपान भी, सारे शास्त्र जिन्ने है कम करदे है। होर तां होर की है, माड़ा जिहा घसुन्न मार के सारी पुड़पड़ी जी मारे भी कम करदा है, ये भी उल्टा के सानू सिट दूए। घुरम नाले घसुन्न शास्त्र नहीं कोई, इहदे नाल भी असीं मर सकदे हैं। वो परमेश्वर कहंदे वस्तु करके प्रछेद है, कोई वस्तु नूं घट वढ नहीं सकदी, नाश नहीं कर सकदी, ऐसा वो एक परमेश्वर है। बाकी उतों बगैरियां ते समा भी है, ते इसे तरह देश भी हैगा है, ते वस्तु भी हैगी है। सुरो विचार इस तरह वो देश काल वस्तु प्रछेद होण करके एक एक परमेश्वर है। सजाती विजाती स्वैगत भेद होण तो रहत होण करके भी वो एक है परमेश्वर। गुरु महाराज ने एका लिख के काशी दे विद्वानां दा झगड़ा खत्म कर दिता सी भी परमेश्वर भाई इको एक हुंदा होया सब दा प्रकाशक है। वो ब्रह्मा का भी प्रकाशक है, वो शिव जी का भी प्रकाशक है, उन्होंने भी रोशनी देने वाला सता स्फूर्ति देने वाला शिवानु भी, और तिना का प्रकाशक वही है। इस तरह फिर वो इको एक हुंदा होया ओंकार की वो रक्षा करने वाला है। ओंकार जो उच्चारण मात्र से रक्षा करे, जिमें व्याकरण विच अवधातु रखिया अर्थे ये लफ्ज आउंदे ने भी जिहदे उच्चारण करन नाल रखिया होवे, वो की है, वो ओंकार है। जिहड़ा मुक्त ओंकार उच्चारण करेगा उसकी रक्षा करेगा एक परमेश्वर। इस करके ओंकार भी है, सब का प्रकाशक भी है, सब की रक्षा करने भी समर्थ है। ओंकार का अर्थ है तीजा संकेती, वो अंगीकार करने वाला है, सब का पक्ष करने वाला है, सब की सहायता करने वाला है। जिथे तू समर्थ जिथे कोई ना है, उथा तेरी रख अग्नि उधर माहे, सुन कर चमके दूत नाए तेरा छड़ जाए। ये परमेश्वर ऐसा है, और एक ना सुन के जमदूत भी छड़ जाते उन्होंने। या नरैण उन्हें कहा सी ना अजामल ने अंत दे समय जम कंकर मार बधारे, मालिक ने आके जम कंकर जिहड़े खड़ाते सी, कहते नरैण नरैण मेरा नाम लेंदा, तुसीं इहनूं क्यों फड़िया, छड्डो भजो इत्थों।
ਇਸ ਕਰਕੇ ਜਿਹੜਾ ਪਰਮੇਸ਼ਰ ਹੈ ਉਹ ਜਿਹੜਾ ਉਹਦਾ ਉਚਾਰਨ ਕਰੇ ਉਹਦੀ ਉਹ ਰੱਖਿਆ ਕਰਦਾ ਹੈ। ਇਸ ਕਰਕੇ ਓਂਕਾਰ ਕਿਹਾ ਉਹ ਵੀ ਸਭ ਦਾ ਰੱਖਕ ਹੈ, ਸਭ ਦੀ ਮਦਦ ਕਰਨ ਵਾਲਾ, ਪੱਖ ਕਰਨ ਵਾਲਾ ਹੈ, ਸਹਾਇਤਾ ਕਰਨ ਵਾਲਾ ਹੈ। ਫਿਰ ਇਸ ਤਰ੍ਹਾਂ ਉਹ ਸੱਤ ਹੈ, ਸਦਾ ਰਹਿਣ ਵਾਲਾ ਹੈ। ਤਿੰਨਾਂ ਸਮਿਆਂ ਵਿੱਚ ਜਿਸ ਦਾ ਨਾਸ ਨਾ ਹੋਵੇ, ਬਾਧ ਨਾ ਹੋਵੇ, ਉਸ ਕੋ ਕਹੀਏ ਹੈ ਸੱਤ। ਸਾਡੇ ਨਾਲ ਸੱਤ ਲਫ਼ਜ਼ ਜਿਹੜਾ ਨਹੀਂ ਜੁੜ ਸਕਦਾ, ਕਿਉਂਕਿ ਅਸੀਂ ਸਦਾ ਨਹੀਂ ਰਹਿਣਾ, ਅਸੀਂ ਕਿਸੇ ਸਮੇਂ ਅਸੱਤ ਹੋ ਜਾਣਾ ਨਹੀਂ, ਸਾਡੀ ਹੋਂਦ ਸਦਾ ਨਹੀਂ ਹੈ। ਇਸ ਕਰਕੇ ਵਿਦਵਾਨਾਂ ਨੇ ਸੱਤ ਦੇ ਲਕਸ਼ਣ ਕੀਤੇ, ਤ੍ਰੈ ਕਾਲ ਅਵਾਦਤਵੰ ਸਤਤਵੰ, ਵੀ ਜਿਸ ਦਾ ਤਿੰਨਾਂ ਸਮਿਆਂ ਵਿੱਚ ਬਾਧ ਨਾ ਹੋਵੇ ਉਸ ਕੋ ਕਹੀਏ ਹੈ ਸੱਤ। ਉਹ ਕੀ ਹੈ? ਪਰਮੇਸ਼ਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਕਿਹਾ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਸੀਂ ਤਾਂ ਨਹੀਂ ਕਹਿ ਸਕਦੇ ਵੀ ਅਸੀਂ ਆਦਿ ਵਿੱਚ ਵੀ ਸਥਿਰ ਸੀ, ਜੁਗਾਂ ਜੁਗਾਂ ਦੀ ਜਦੋਂ ਜੁਗਾਦ ਕਰਨ ਦੀ ਉਮਰ ਜ਼ਿਆਦਾ ਕਾਇਮ ਹੋ ਗਈ ਵੀ ਅਸੀਂ ਸਥਿਰ ਸੀ, ਹੈਗੇ ਸੀ। ਤੇ ਹੈਪੀ ਸੱਚ ਇਸ ਤਰ੍ਹਾਂ ਵਰਤਮਾਨ ਸਮੇਂ ਵਿੱਚ ਵੀ, ਤੇ ਪਿੱਛੇ ਭਵਿੱਖ ਸਮੇਂ ਜੇ ਭੂਤਕਾਲ ਸਮੇਂ ਵਿੱਚ ਵੀ ਅਸੀਂ ਸਥਿਰ ਸੀ, ਤੇ ਹੋਸੀ ਪੀ ਸੱਚ ਉਹਨੂੰ ਵੀ ਅੱਗੇ ਅਸੀਂ ਸੱਚੇ ਹੋਵਾਂਗੇ, ਸਥਿਰ ਹੋਵਾਂਗੇ। ਨੈ ਪਰਮੇਸ਼ਰ ਸਦਾ ਸਥਿਰ ਹੈ। ਇਸ ਕਰਕੇ ਪਰਮੇਸ਼ਰ ਨੂੰ ਅਸੀਂ ਕਹਿ ਸਕਦੇ ਹਾਂ ਉਹ ਸਤ ਸਰੂਪ ਹੈ, ਸਦਾ ਰਹਿਣ ਵਾਲਾ ਹੈ। ਹਾਂ ਸਤਿਅੰ ਗਿਆਨ ਅਨੰਤੰ ਬ੍ਰਹਮ, ਇੱਕੋ ਇੱਕ ਐਸਾ ਅਨੰਤ ਰੂਪ ਜਿਹੜਾ ਬ੍ਰਹਮ ਹੈ, ਉਹੀ ਸਤ ਸਰੂਪ ਹੈ, ਉਹ ਸਰਚਿਤ ਆਨੰਦ ਸਰੂਪ ਹੈ। ਫਿਰ ਗੁਰ ਚੈਤਨ ਸਰੂਪ ਹੈ, ਗੁਰ ਪੂਜਨੀਕ ਹੈ, ਗੁਰ ਵੱਡਾ ਹੈ ਉਹ। ਤੇ ਗੁਰ ਹਨੇਰੇ ਦਾ ਹੁੰਦਾ, ਹਨੇਰਾ ਕੀ? ਅਗਿਆਨ ਦਾ ਹੈ। ਰੂਹ ਦਾ ਅਰਥ ਹੁੰਦਾ ਪ੍ਰਕਾਸ਼, ਚਾਨਣ। ਉਹ ਇਹ ਜਿਹੜਾ ਇੱਕੋ ਇੱਕ ਪਰਮੇਸ਼ਰ ਹੈ ਨਾ, ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਬਖਸ਼ਣ ਵਾਲਾ ਹੈ। ਐਸਾ ਉਹ ਗੁਰ ਹੈ, ਐਸਾ ਗੁਰੂ ਹੈ। ਪਰਮੇਸ਼ਰ ਇੱਕੋ ਇੱਕ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਉਹ ਇਸ ਤਰ੍ਹਾਂ ਸਤਿਗੁਰ ਪ੍ਰਸਾਦ ਉਹ ਆਨੰਦ ਸਰੂਪ ਹੈ। ਪ੍ਰਸਾਦ ਸਭ ਤੇ ਉਹ ਕਿਰਪਾ ਕਰਨ ਵਾਲਾ ਹੈ। ਇਹ ਜਾਨੀ ਥੋੜ੍ਹੇ ਜਿਹੇ ਦੂਜੇ ਰੂਪ ਦੇ ਵਿੱਚ ਅਰਥ ਹੈ। ਹੁਣ ਸਿੱਧੇ ਅਰਥ ਹੈ ਵੀ ਇੱਕੋ ਇੱਕ ਹੈ, ਸਭ ਦਾ ਪ੍ਰਕਾਸ਼ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹ ਟਕਸਾਲ ਦੇ ਵਿੱਚ ਜਿਹੜੇ ਕੋਈ ਵਿਦਿਆਰਥੀ ਪੜ੍ਹਦੇ ਆ ਉਹਨਾਂ ਨੂੰ ਥੋੜ੍ਹੇ ਜਿਹੇ ਇਸ ਤਰ੍ਹਾਂ ਗੈਰ ਗੰਭੀਰ ਵੀ ਦ੍ਰਿੜ ਕਰਾਏ ਜਾਂਦੇ, ਉਹ ਕਾਪੀਆਂ 'ਤੇ ਨੋਟ ਕਰਵਾਏ ਗਏ ਆ, ਸਾਰੇ ਕੀਤੇ ਗਏ, ਕਿਉਂਕਿ ਉਂਝ ਤਾਂ ਇੰਨੇ ਅਰਥ ਚੇਤੇ ਨਹੀਂ ਨਾ ਰਹਿ ਸਕਦੇ। ਕੋਈ ਨਹੀਂ ਡੀਂਗ ਮਾਰ ਸਕਦਾ ਵੀ ਮੇਰੇ ਸਾਰੇ ਜ਼ਬਾਨੀ ਚੇਤੇ ਹੈ। ਇਸ ਤਰ੍ਹਾਂ ਉਹ ਥੋੜ੍ਹੇ ਜਿਹੇ ਸ਼ਾਰਟਕੱਟ ਰੂਪ ਦੇ ਵਿੱਚ ਜਿਹੜੇ ਵਿਦਿਆਰਥੀ ਸਿਆਣੇ ਅਰਥ ਲਿਖ ਲੈਂਦੇ ਆ, ਜਦੋਂ ਫਿਰ ਉਹ ਕਿਤੇ ਸਮਾਂ ਆਉਂਦਾ ਉਹ ਤੋਂ ਅੱਗੇ ਵਿਸਥਾਰ ਕਰਕੇ ਉਹਦੇ ਸੁਣਾਈ ਜਾਂਦੇ। ਹੁਣ ਮਾਤਰ ਦੀ ਕਾਪੀ 'ਚ ਹੀ ਲਿਖੀ ਹੋਈ ਹੈ, ਇਹ ਸਾਰੇ ਸ਼ਾਰਟਕੱਟ ਅਰਥ ਹੈ। ਮਾਤਰ ਨੇ ਹੁਣ ਸੁਣਿਆ, ਮਾਤਰ ਵਿਸਥਾਰ ਕਰੀ ਜਾਂਦਾ, ਕਿਉਂਕਿ ਉਹ ਸੁਣਿਆ ਯਾਦ ਆਈ ਜਾਂਦਾ ਨਾਲ ਨਾਲ। ਤੇ ਹੁਣ ਜੇ ਇੱਥੇ ਕੋਈ ਦੂਜਾ ਤੀਜਾ ਉਹਨੂੰ ਪੜ੍ਹੂਗਾ, ਉਹ ਆ ਦੋ ਚਾਰ ਜਿਵੇਂ ਲਫ਼ਜ਼ ਲਿਖੇ ਆ ਕਹਿ ਦੂਗਾ ਸਜਾਤੀ ਵਿਜਾਤੀ ਭੇਦ ਸੇ ਰਹਿਤ, ਬਾਕੀ ਨਹੀਂ ਖੋਲੂਗਾ ਉਹ। ਦੇਸ਼ ਕਾਲ ਵਸਤੂ ਪ੍ਰਛੇਦ ਹੈ ਇੰਨਾ ਕਹਿ ਦੂਗਾ, ਬਾਕੀ ਨਹੀਂ ਖੁਲਾਸਾ ਕਰੂਗਾ। ਸੋ ਇਸ ਤਰ੍ਹਾਂ ਇਹ ਜਿਹੜਾ ਪਰਮੇਸ਼ਰ ਐਸਾ ਹੈ, ਇੱਕੋ ਇੱਕ ਤ੍ਰੈਕਾਲਵਾਦ ਗੁਰਚੇਤਨ ਸਾਰ ਕਿਰਪਾ ਕਰਨ ਵਾਲਾ ਹੈ। ਫਿਰ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਸ੍ਰੀ ਸ਼੍ਰੋਮਣੀ ਹੈ, ਵਾਹਿ ਅਚਰਜ ਰੂਪ ਹੈ। ਵਾਹ ਨਾ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨਾ ਕੋਈ। ਜਿੱਥੇ ਅਚਰਜ ਹੋ ਜਾਏ ਉਸ ਤੋਂ ਅੱਗੇ ਕੋਈ ਹੋਰ ਉਕਤ ਨਹੀਂ, ਕਥਨ ਹੀ ਨਹੀਂ ਹੈ।
ਜਦੋਂ ਅਸੀਂ ਵਾਹ ਵਾਹ ਕਹਿਣ ਲੱਗ ਜਾਈਏ ਨਾ, ਉਦੋਂ ਅੱਗੇ ਕੋਈ ਕਥਾ ਨਹੀਂ ਹੁੰਦਾ। ਵਾਹ ਵਾਹ ਅਸੀਂ ਉਦੋਂ ਹੀ ਕਹਿੰਦੇ ਹਾਂ ਜਦੋਂ ਕੋਈ ਐਸੀ ਅਸੀਂ ਵਸਤੂ ਤੱਕ ਲਈਏ, ਜਾਂ ਇਹੋ ਜਿਹਾ ਸਾਨੂੰ ਕੋਈ ਖਾਣ ਪੀਣ ਕਰਕੇ ਆਨੰਦ ਜਿਹਾ ਪ੍ਰਾਪਤ ਹੋ ਜਾਂਦੇ, ਉਸ ਵੇਲੇ ਕਹਿੰਦੇ ਵਾਹ ਬਾਈ ਵਾਹ। ਇਸ ਤੋਂ ਅੱਗੇ ਤਾਂ ਨਹੀਂ ਕੋਈ ਹੋਰ ਕਥਨ ਹੁੰਦਾ ਹੈ। ਜਿੱਥੇ ਵਾਹ ਵਾਹ ਕਹਿ ਦਈਏ ਉੱਥੇ ਸਭ ਕੁਛ ਆ ਗਿਆ ਕਥਨ। ਇਸ ਕਰਕੇ ਜਿਹੜਾ ਵਾਹ ਅਚਰਜ ਰੂਪ ਹੈ, ਉਹਦੇ ਅੱਗੇ ਕੋਈ ਕਥਨ ਨਹੀਂ। ਸ੍ਰੀ ਸੋਮਣੀ ਹੈ, ਵਾਹ ਅਚਰਜ ਰੂਪ ਹੈ, ਗੁਰੂ ਪੂਜਨੀਕ ਹੈ ਵੱਡਾ, ਤੇ ਉਹਦੀ ਹਮੇਸ਼ਾ ਕਹਿੰਦੇ ਫਤਿਹ ਹੈ, ਜਿੱਤ ਹੈ। ਤੇ ਉਹਦੇ ਜਪਣੇ ਕਰਕੇ, ਉਹਦੇ ਧਿਆਨ ਧਰਨੇ ਕਰਕੇ ਇਹ ਜੀਵ ਦੀ ਵੀ ਇਸ ਲੋਕ ਵਿੱਚ ਵੀ 84 ਜਗਜੂਨ ਤੋਂ ਕਹਿੰਦੇ ਫਤਿਹ ਹੋ ਜਾਂਦੀ, ਇਹਨੂੰ ਜਿੱਤ ਪ੍ਰਾਪਤ ਹੋ ਜਾਂਦੀ, ਜਨਮਣ ਦੇ ਦੁੱਖ ਤੋਂ ਵੀ ਫਤਿਹ ਪ੍ਰਾਪਤ ਹੋ ਜਾਂਦੀ, ਖਤਮ ਹੋ ਜਾਂਦਾ ਹੈ। ਤੇ ਪਰਲੋਕ ਵਿੱਚ ਵੀ ਜਾ ਕੇ ਇਹਦੀ ਕਹਿੰਦੇ ਜੈ ਜੈਕਾਰ ਹੁੰਦੀ ਹੈ, ਜਿੱਤ ਹੁੰਦੀ ਹੈ। ਕਿਉਂ? ਐਸਾ ਜਿਹੜਾ ਸ਼੍ਰੋਮਣੀ ਵਾਹਿਗੁਰੂ, ਉਹਦੇ ਜਪਣੇ ਕਰਕੇ ਜੀਵ ਦੀ ਫਤਿਹ ਹੈ, ਤੇ ਉਸ ਵਾਹਿਗੁਰੂ ਦੀ ਵੀ ਹਮੇਸ਼ਾ ਸਭ ਥਾਵਾਂ ਵਿੱਚ, ਸਭ ਸਮਿਆਂ ਵਿੱਚ ਫਤਿਹ ਜਿੱਤ ਹੈ। ਇਹ ਐਸਾ ਜਿਹੜਾ ਵਸਤੂ ਨਿਰਦੇਸ਼ ਮੰਗਲ ਨਮਸਕਾਰ ਰੂ ਮੰਗਲ ਕਰਕੇ ਅੱਗੇ ਬਾਣੀ ਦਾ ਨਾਂ ਹੈ ਜਾਪ, ਵੀ ਜਿਹੜੀ ਲਗਾਤਾਰ ਜਪਣ ਵਾਲੀ ਹੋਵੇ ਬਾਣੀ। ਉਹ ਸ਼੍ਰੋਮਣੀ ਜੋ ਮੁੱਖ ਵਾਕ ਹੈ, 10ਵੇਂ ਪਾਤਸ਼ਾਹ ਦੇ, 10ਵੀਂ ਪਾਤਸ਼ਾਹੀ ਦੇ, ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ। ਇਸ ਤੋਂ ਅੱਗੇ ਹੈ ਛਪੈ ਛੰਦ, ਜੋ ਛੰਦ 6 ਤੁਕਾਂ ਵਾਲਾ ਹੋਵੇ, ਜਿਹਦੇ 6 ਚਰਨ ਹੋਣ, 6 ਤੁਕਾਂ ਹੋਣ, ਉਸ ਕੋ ਕਹੀਏ ਛਪੈ ਛੰਦ। ਇਹਦੀਆਂ ਪਹਿਲੀਆਂ ਜਿਹੜੀਆਂ 4 ਤੁਕਾਂ ਹੁੰਦੀਆਂ, ਉਹਦੇ 24 ਮਾਤਰਾ ਹੁੰਦੀਆਂ। ਜਿਹੜੀਆਂ ਅਖੀਰਲੀਆਂ 2 ਤੁਕਾਂ, ਦੋ ਚਰਨ ਹੁੰਦੇ, ਉਹਦੀਆਂ 28 ਮਾਤਰਾ ਹੁੰਦੀਆਂ ਹਨ। ਇਸ ਤਰ੍ਹਾਂ ਕੋਈ ਇਸੇ ਛਪੇ ਛੰਦ ਵਿੱਚ ਭੇਦ ਹੋਈ ਹੈ। ਕੋਈ 24 ਮਾਤਰਾ, 26 ਮਾਤਰਾ ਪਹਿਲਾਂ ਹੁੰਦੀਆਂ, ਮਗਰੋਂ 28 ਹੁੰਦੀਆਂ। ਉਹ ਕਿੰਨੇ ਭੇਦ ਹੈ, ਉਹ ਗੁਰਛੰਦ ਦਿਵਾਕਰ ਵਿੱਚ ਅਸੀਂ ਦੇਖ ਸਕਦੇ ਹਾਂ। ਇੱਥੇ ਮਹਾਰਾਜ ਨੇ ਇਹ ਜਿਹੜਾ ਹੈ 6 ਤੁਕਾਂ ਵਾਲਾ ਛੰਦ ਹੈ, ਜਿਹਦਾ ਨਾਂ ਛਪੈ, ਉੱਥੋਂ ਬਾਣੀ ਪ੍ਰਾਰੰਭ ਕਰਦੇ। ਨਾਲ ਲਿਖਿਆ ਤਵੈ ਪ੍ਰਸਾਦ। ਇਹ ਮਹਾਰਾਜ ਦਾ ਤਕੀਆ ਕਲਾਮ ਹੈ, ਯਾਨੀ ਸ਼ਰਨ ਲੈਣ ਦਾ ਸ਼ਬਦ ਹੈ। ਤਕੀਆ ਕੋ ਸ਼ਰਨ ਕੋ, ਕਲਾਮ ਕੋ, ਸ਼ਬਦ ਕੋ, ਬਾਣੀ ਕੋ। ਇਹ ਜਦੋਂ ਵੀ ਮਹਾਰਾਜ ਬਾਣੀ ਉਚਾਰਨ ਕਰਦੇ ਸੀ, ਉਦੋਂ ਇਹ ਮੁੱਖੋਂ ਕਹਿੰਦੇ ਤਵੈ ਪ੍ਰਸਾਦ, ਤੇਰੀ ਕਿਰਪਾ ਨਾਲ ਮਹਾਰਾਜ ਮੈਂ ਇਹ ਉਚਾਰਨ ਕਰ ਰਿਹਾ। ਤਵੈ ਪ੍ਰਸਾਦ ਗੂੰਗਾ ਕਹਿ ਤੂੰ, ਇਸ ਤਰ੍ਹਾਂ ਵੀ ਅੱਗੇ ਆ ਜਾਵੇ, ਤੇਰੀ ਕਿਰਪਾ ਨਾਲ ਮੈਂ ਜਿਹੜਾ ਗੂੰਗਾ ਹੈ ਨਾ, ਉਹ ਕੁਝ ਕਹਿ ਰਿਹਾ ਹਾਂ, ਮੈਨੂੰ ਨਹੀਂ ਬੋਲਣਾ ਆਉਂਦਾ। ਤੇਰੀ ਕਿਰਪਾ ਨਾਲ ਮਹਾਰਾਜ ਮੈਂ ਬੋਲਦਾ ਜਿਹੜਾ ਗੂੰਗਾ ਹਾਂ। ਕਿਤੇ ਲਿਖਦੇ ਤੇਰਾ ਜੋਰ ਚਾਚਰੀ ਛੰਦ, ਵੀ ਮੈਂ ਤੇਰੇ ਬਲ ਨਾਲ ਚਾਚਰੀ ਛੰਦ ਮੈਂ ਉਚਾਰਨ ਕਰਦਾ ਹੈ। ਇਹ ਛਪੈ ਛੰਦ ਹੈ। ਇਹ ਸਾਰੇ 22 ਛੰਦ ਹਨ ਜਾਪ ਸਾਹਿਬ ਬਾਣੀ ਦੇ ਵਿੱਚ। ਉਹਨਾਂ ਵਿੱਚੋਂ ਕੋਈ ਮੱਧਪਾਰ ਛੰਦ ਹੈ, ਕੋਈ ਚਾਚਰੀ ਛੰਦ ਹੈ, ਕੋਈ ਇਸੇ ਤਰ੍ਹਾਂ ਇਹ ਛਪੈ ਛੰਦ ਆ ਗਿਆ, ਕੋਈ ਏਕਛਰੀ ਛੰਦ ਹੈ, ਕੋਈ ਭੁਜੰਗ ਪੁਰਿਆਦ ਛੰਦ ਹੈ। ਤੇ ਇਹ ਜਾਪ ਸਾਹਿਬ ਦੀਆਂ ਸਾਰੀਆਂ ਪੌੜੀਆਂ 199 ਹੈ। ਤੋ ਪਹਿਲੀ ਜਿਹੜੀ ਪੌੜੀ ਹੈ ਉਹ ਛਪੇ ਛੰਦ ਤੋਂ ਪ੍ਰਾਰੰਭ ਹੋ ਰਹੀ ਹੈ। ਇਹ ਲੋ ਆਪਾਂ ਪ੍ਰਾਰੰਭ ਕਰੀਏ। ਤੇਰੀ ਕਿਰਪਾ ਨਾਲ ਮੈਂ ਛਪੇ ਛੰਦ ਵਿੱਚ ਬਾਣੀ ਉਚਾਰਨ ਕਰਦਾ ਹਾਂ। ਪਰਮੇਸ਼ਰ ਕੈਸਾ ਹੈ ਤੂੰ, ਇਹ ਚੱਕਰ ਨਹਿਨ ਜੈ। ਅਰਥ ਵਾਸਤੇ ਜਿਸ ਪਰਮੇਸ਼ਰ ਦਾ ਕਹਿੰਦੇ ਕੋਈ ਚੱਕਰ ਨਹੀਂ ਹੈ। ਜਿਵੇਂ ਸਾਨੂੰ ਚੱਕਰ ਪਿਆ ਨਾ 84 ਲੱਖ ਜੂਨ ਦਾ, ਪਰਮੇਸ਼ਰ
ਨੂੰ ਕੋਈ 84 ਲੱਖ ਜੂਨ ਦਾ ਚੱਕਰ ਨਹੀਂ ਹੈ। ਜਿਵੇਂ ਸਾਨੂੰ ਜਨਮ ਮਰਨ ਦਾ ਚੱਕਰ ਪਿਆ, ਕਿਤੇ ਜੰਮ ਪਏ, ਕਿਤੇ ਮਰ ਗਏ, ਇਹ ਚੱਕਰ ਪਿਆ ਹੀ ਰਹਿੰਦਾ ਹੈ। ਹੋਰ ਘਰ ਦੇ ਵੀ ਕਈ ਚੱਕਰ ਪੈ ਰਹਿੰਦੇ ਹੈ। ਪਰਮੇਸ਼ਰ ਨੂੰ ਕੋਈ ਚੱਕਰ ਨਹੀਂ ਹੈ, ਉਹ ਚੱਕਰ ਤੋਂ ਰਹਿਤ। ਜਨਮ ਮਰਨ ਦੇ ਵੀ 84 ਲੱਖ ਜੂਨ ਤੇ ਵੀ। ਜਿਵੇਂ ਵਿਸ਼ਨੂੰ ਦੇ ਹੱਥ ਵਿੱਚ ਕੋਈ ਚੱਕਰ ਫੜਿਆ, ਉਹ ਪਰਮੇਸ਼ਰ ਕੋਈ ਸੁਦਰਸ਼ਨ ਚੱਕਰ ਵਾਲਾ ਨਹੀਂ ਹੈ, ਉਹਦੇ ਹੱਥ ਵਿੱਚ ਚੱਕਰ ਨਹੀਂ ਹੈ ਕੋਈ ਨੈਣ ਜੈ। ਫਿਰ ਇਸੇ ਤਰ੍ਹਾਂ ਉਹਦਾ ਚਿੰਨ੍ਹ ਕੋਈ ਨਹੀਂ ਹੈ। ਯਾਨੀ ਜਿਵੇਂ ਉਹ ਕਈ ਜਿਹੜੇ ਅਪਰਾਗੀ ਸਾਧੂ ਹੁੰਦੇ, ਰਾਮਾਨੰਦ ਦੇ ਪਾਸ਼ਕ, ਉਹਨਾਂ ਦੇ ਗਲ ਵਿੱਚ ਕੰਠੀ ਜੀ ਪਾਈ ਹੁੰਦੀ ਹੈ। ਮੱਥੇ ਤੇ ਵੈਸ਼ਨੋ ਮਤ ਵਾਲਿਆਂ ਦੇ ਤਿਲਕ ਜੇ 12 ਗਣਕੇ ਲਾਏ ਹੁੰਦੇ, ਉਹ ਨਿਸ਼ਾਨੀ ਹੁੰਦੀ, ਚਿੰਨ੍ਹ ਹੁੰਦੀ ਹੈ ਵੀ ਇਹ ਇਸ ਤਰ੍ਹਾਂ ਹੈ। ਨੀਲੇ ਰੰਗ ਦੇ ਕੱਪੜੇ ਜੇ ਚੋੜਾ ਜਿਹਾ ਪਾਇਆ, ਹੱਥ ਵਿੱਚ ਬਰਛਾ ਫੜਿਆ ਹੋਵੇ, ਉੱਤੇ ਫਰਲਾ ਲਾਇਆ ਹੋਵੇ, ਤੇ ਹੋਰ ਚੱਕਰ ਚੁੱਕਰ ਜੇ ਲਾਏ ਹੋਣ, ਅਸੀਂ ਨਿਸ਼ਾਨੀ ਦੇਖ ਕੇ ਕਹਾਂਗੇ ਵੀ ਨਿਹੰਗ ਸਿੰਘ ਆਏ। ਉਹ ਤਾਂ ਨਹੀਂ ਕਿਸੇ ਨੂੰ ਅਸੀਂ ਕਹਿੰਦੇ, ਨਿਸ਼ਾਨੀ ਦੇਖ ਕੇ, ਅਸੀਂ ਚਿੰਨ੍ਹ ਦੇਖ ਕੇ ਕਹਾਂਗੇ ਨਿਹੰਗ ਸਿੰਘ ਹੈ। ਗਲ ਵਿੱਚ ਕੰਠੀ ਪਾਈ ਦੇਖ ਕੇ ਫਿਰ ਅਸੀਂ ਕਹਾਂਗੇ ਰਾਮਾਨੰਦੀ ਹੈ, ਇਹ ਸਾਧੂ ਹੈ। ਉਹ ਇਸ ਤਰ੍ਹਾਂ ਵੀ ਪਰਮੇਸ਼ਰ ਦਾ ਕੋਈ ਚਿੰਨ੍ਹ ਨਹੀਂ ਹੈ, ਨਿਸ਼ਾਨੀ ਨਹੀਂ ਉਹਨੇ ਧਾਰਨ ਕੀਤੀ। ਇਸ ਤਰ੍ਹਾਂ ਹੱਥਾਂ ਤੇ ਵੀ ਕਈਆਂ ਦੇ ਉਹ ਚੱਕਰ ਜੇ ਬਣੇ ਹੁੰਦੇ ਆ, ਉਹਨੂੰ ਦੇਖ ਕੇ ਜਿਹੜੇ ਜੋਤਸ਼ੀ ਲੋਕ ਆ ਫਿਰ ਫੜਾ ਦੱਸਦੇ ਆ ਵੀ ਤੇਰੇ ਵੀ ਉਂਗਲਾਂ ਤੇ ਇੰਨੇ ਚੱਕਰ ਰਹੇ, ਇੰਨੀਆਂ ਘੁੰਮਣ ਘੇਰੀਆਂ, ਵੀ ਜ਼ਿਆਦਾ ਚੱਕਰ ਜੇ ਬਣੇ ਹੋਣ ਫਿਰ ਉਹਦਾ ਫੜਾ ਦੇਸ਼ ਵੱਖਰਾ ਦੱਸਦੇ ਆ। ਜੇ ਥੋੜ੍ਹੇ ਉਂਗਲਾਂ ਦੇ ਮੂਹਰੇ ਜੇ ਚੱਕਰ ਬਣੇ, ਉਹਨਾਂ ਦਾ ਫੜਾ ਦੇਸ਼ ਵੱਖਰਾ ਦੱਸਦੇ ਆ। ਫਿਰ ਚਿੰਨ੍ਹ ਜਿਹੀਆਂ ਹੁੰਦੇ, ਨਿਸ਼ਾਨੀਆਂ ਜਿਹੀਆਂ ਹੁੰਦੀਆਂ, ਉਹ ਉਹਨਾਂ ਨੂੰ ਦੇਖ ਕੇ ਵੀ ਉਹ ਫੜਾ ਦੇਸ਼ ਦੱਸਦੇ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਪਦਮ ਦਾ ਚਿੰਨ੍ਹ ਜਿਹਾ ਸੀ, ਨਿਸ਼ਾਨੀ ਜੀ ਸੀ, ਕਵਲ ਫੁੱਲ ਬਣਿਆ ਸੀ ਮਹਾਰਾਜ ਦੇ ਚਰਨਾਂ ਵਿੱਚ। ਉਹਨੂੰ ਦੇਖ ਕੇ ਦੁਰਗਾ ਦਾਸ ਮਹਾਰਾਜ ਨੂੰ ਮੱਥੇ ਟੇਕਦਾ ਸੀ। ਤੇ ਜਦੋਂ ਮਹਾਰਾਜ ਬਿਰਾਜੇ ਹੋਏ ਸੀ, ਉੱਠੇ, ਤੇ ਉਹ ਦੁਰਗਾ ਦਾਸ ਨੂੰ ਕਹਿੰਦੇ ਵੀ ਕੀ ਹੈ, ਕੀ ਦੇਂਦਾ ਸੀ? ਕਹਿੰਦੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਅਚਰਜੀ ਚਿੰਨ੍ਹ ਹੈ। ਇਹ ਤਾਂ ਮਹਾਰਾਜ ਜਿਹੜੇ ਕੋਈ ਬਹੁਤ ਵੱਡੇ ਅਵਤਾਰ ਪੁਰਸ਼ ਹੋਣ, ਉਹਨਾਂ ਦੇ ਚਰਨਾਂ ਵਿੱਚ ਇਹੋ ਜਿਹਾ ਚਿੰਨ੍ਹ ਹੁੰਦਾ, ਇਹ ਤੁਹਾਡੇ ਚਰਨਾਂ ਵਿੱਚ ਹੈ। ਜਾਂ ਜਿਹੜਾ ਕੋਈ ਚੱਕਰਵਰਤੀ ਪਾਤਸ਼ਾਹ ਹੁੰਦਾ, ਉਹਦੇ ਪੈਰਾਂ ਵਿੱਚ ਮਹਾਰਾਜ ਚਰਨਾਂ ਵਿੱਚ ਚਿੰਨ੍ਹ ਹੁੰਦਾ ਹੈ। ਇਹੋ ਜਿਹੀ ਕਵਲ ਦੀ ਇਹ ਰੇਖਾ ਬਣੀ ਹੋਈ ਹੈ, ਚਿੰਨ੍ਹ ਬਣਿਆ ਹੋਇਆ, ਨਿਸ਼ਾਨੀ ਹੈ। ਤੁਹਾਡੇ ਵੱਲੇ ਦੇਖ ਕੇ ਮੈਂ ਵਿਚਾਰ ਕਰਦਾ ਵੀ ਇਹ ਬਜ਼ੁਰਗ ਹੋ ਗਏ ਹੈ, ਤੇ ਇਸ ਰੂਪ ਵਿੱਚ ਕਿਵੇਂ? ਇਹ ਤਾਂ ਬੜੇ ਮਹਾਨ ਪ੍ਰਤਾਪ ਵਾਲੇ ਹੋਣੇ ਚਾਹੀਦੇ ਸੀ, ਵੀ ਇਹਦਾ ਫਲ ਮਿਲਣਾ ਚਾਹੀਦਾ ਸੀ। ਪਰ ਫਿਰ ਵੀ ਮਹਾਰਾਜ ਮੈਂ ਵਿਚਾਰ ਰਿਹਾ ਵੀ ਇਹ ਜਿਹੜਾ ਚਿੰਨ੍ਹ ਹੈ ਨਾ ਤੁਹਾਡੇ ਚਰਨਾਂ ਵਿੱਚ, ਇਹ ਤੁਹਾਨੂੰ ਫਲ ਦੇਊ, ਤੁਹਾਨੂੰ ਕਿਸੇ ਨਾ ਕਿਸੇ ਮਹਾਨ ਬਣਾਊਗਾ। ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਤੇਰਾ ਵੀ ਬਚਨ ਸੱਚਾ ਹੋਵੇ। ਫਿਰ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਆਪ ਜੀ ਸੇਵਾ ਵਿੱਚ ਆ ਗਏ, 12 ਸਾਲ ਫਿਰ ਲੱਕ ਬੰਨ੍ਹ ਕੇ ਸੇਵਾ ਕੀਤੀ, 12 ਸਿਰੋਪਾ ਮਿਲੇ, 12 ਬਖਸ਼ਿਸ਼ਾਂ ਬਰ ਹੋਏ। ਤੁਸੀਂ ਨਿਮਾਣਿਆਂ ਦੇ ਮਾਣ ਹੋ, ਤਾਰਿਆਂ ਦੇ ਤਰ ਹੋ, ਨੋਟਿਆਂ ਦੀ ਓਟ ਹੋਵੋਗੇ। ਜਗਤ ਗੁਰੂ ਬਣ ਕੇ ਤੇ ਫਿਰ ਅਕਬਰ ਪਾਤਸ਼ਾਹ ਦੇ ਬੇਨਤੀ ਕਰਨ ਤੋਂ ਆਪ ਜੀ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ, ਜਿਹੜਾ ਕੋਈ ਧਰਮ ਸਥਾਨਾਂ 'ਤੇ ਭਰਮ ਪਖੰਡ ਫੈਲਿਆ ਹੋਇਆ ਸੀ, ਉਹ ਭਰਮ ਭੁਲੇਖਾ ਦੂਰ ਕਰਨ ਵਾਸਤੇ ਆਪ ਜੀ ਚਲੇ ਗਏ। ਜਦੋਂ ਵਾਪਸ ਆਏ, ਉਹ ਫਿਰ ਜਿੱਥੇ ਭਰੋਵਾਲ ਦੇ ਨਗਰ ਵਿੱਚ ਰਹਿੰਦਾ ਸੀ ਨਾ ਇਹ ਬ੍ਰਾਹਮਣ ਦੁਰਗਾ ਦਾਸ, ਉੱਥੋਂ ਬਾਹਰ ਆ ਕੇ ਮਹਾਰਾਜ ਨੇ ਡੇਰੇ ਲਾ ਦਿੱਤੇ। ਹੁਣ ਵੀ ਇਹ ਸਥਾਨ ਆ, ਉੱਥੇ ਬਣਿਆ ਹੋਇਆ ਬਾਹਰ। ਤੇ ਖੜਕਾ ਦੜਕਾ ਜਿਹਾ ਸੁਣ ਕੇ ਪੁੱਛ ਪੜਤਾਲ ਕਰਨ ਲੱਗਿਆ ਵੀ ਕੌਣ ਹੈ ਬਾਹਰ ਉਤਰਿਆ, ਬੜਾ ਇਹ ਬਾਜੇ ਗਾਜੇ ਵੱਜ ਰਹੇ। ਕਿਸੇ ਨੇ ਦੱਸਿਆ ਵੀ ਗੁਰੂ ਨਾਨਕ ਸਾਹਿਬ ਜੀ ਗੁਰਤਾਗਰ ਜੀ ਦੇ ਤੀਜੇ ਮਾਲਕ ਹੈ।
ਕਹਿੰਦੇ ਉਹਨਾਂ ਦਾ ਨਾਂ ਕੀ ਹੈ? ਕਹਿੰਦੇ ਨਾਮ ਉਹਨਾਂ ਦਾ ਗੁਰੂ ਅਮਰਦਾਸ ਹੈ। ਫਿਰ ਮਨ ਵਿੱਚ ਖਿਆਲ ਕਰਨ ਲੱਗਾ ਵੀ ਜਿਨ੍ਹਾਂ ਦੇ ਮੈਂ ਚਿੰਨ੍ਹ ਵੇਖਿਆ ਸੀ ਉਹ ਚਰਨ ਵਿੱਚ ਕਿਤੇ ਉਹੀ ਨਾ ਹੋਣ। ਉਸ ਘਰੋਂ ਚੱਲ ਕੇ ਦੂਰੋਂ ਪਛਾਣ ਰਿਹਾ ਵੀ ਲੱਗਦਾ ਤਾਂ ਮਹਾਰਾਜਾ ਸੀ ਉਹੀ ਹੈ, ਉਹੀ ਹੈ। ਜਦੋਂ ਨੇੜੇ ਆਇਆ ਪਛਾਣ ਲਿਆ ਵੀ ਹਾਂ ਉਹੀ। ਮੱਥਾ ਟੇਕ ਕੇ ਮਹਾਰਾਜ ਕੋਲ ਬੈਠ ਗਿਆ। ਕਹਿੰਦਾ ਮਹਾਰਾਜ ਮੈਨੂੰ ਪਛਾਣ ਲਿਆ? ਕਹਿੰਦੇ ਹਾਂ, ਜਦੋਂ ਅਸੀਂ ਪੂਰੇ ਗੁਰੂ ਦੀ ਢੂੰਡ ਵਿੱਚ ਜਾਂਦੇ ਸੀ ਗੰਗਾ ਹਰਿਦੁਆਰ, ਆਉਂਦੇ ਜਾਂਦੇ ਤੇਰੇ ਘਰੇ ਟਿਕਾਣਾ, ਤੇਰੇ ਘਰੇ ਰਾਤ ਰਹਿੰਦੇ ਸੀ ਤੇ ਤੈਨੂੰ ਪਛਾਣ ਲਿਆ। ਕਹਿੰਦਾ ਮਹਾਰਾਜ ਪਛਾਣ ਲਿਆ, ਮੇਰੇ ਜਿਹੜੇ ਬਚਨ ਵਿਲਾਸ ਹੋਏ ਸੀ ਤੁਹਾਡੇ ਨਾਲ ਚਿੰਨ੍ਹ ਬਾਰੇ ਉਸ ਯਾਦ ਆ? ਕਹਿੰਦੇ ਹਾਂ ਚੇਤੇ। ਕਹਿੰਦੇ ਫਿਰ ਮੈਂ ਮਹਾਰਾਜ ਜਿਹੜਾ ਤੁਸੀਂ ਮੈਨੂੰ ਦਿੰਦੇ ਸੀ ਥੋੜ੍ਹੇ ਬਹੁਤੇ ਪੈਸੇ ਜੇ, ਮੈਂ ਕਿਹਾ ਸੀ ਨਹੀਂ, ਜਦੋਂ ਇਹ ਚਿੰਨ੍ਹ ਨੇ ਤੁਹਾਨੂੰ ਫਲ ਦਿੱਤਾ ਨਾ ਤੁਸੀਂ ਮਾਨ ਬਣੇ ਉਦੋਂ ਮੰਗੂੰਗਾ। ਮਹਾਰਾਜ ਕਹਿੰਦੇ ਵੀ ਠੀਕ ਹੈ, ਬਚਨ ਹੈ, ਹੁਣ ਤੂੰ ਮੰਗ ਲਾ, ਪਰ ਗੱਲ ਇੰਨੀ ਹੈ ਵੀ ਜਾਂ ਤਾਂ ਇਸ ਲੋਕ ਦੇ ਜਿੰਨੇ ਸੁੱਖ ਸਹੂਲਤਾਂ ਮੰਗ ਲਾ ਜਾਂ ਅਗਲੇ ਲੋਕ ਦੀਆਂ ਇੱਕ ਦੀਆਂ ਲੈ ਲਾ, ਜਿੱਥੇ ਮਰਜ਼ੀ ਲੈ ਲਾ। ਫਿਰ ਵਿਚਾਰਾਂ 'ਚ ਪੈ ਗਿਆ, ਮਨ ਨੂੰ ਕਹਿਣ ਲੱਗੇ ਵੀ ਹੁਣ ਕੀ ਕਰੀਏ? ਵੀ ਮਨਾ ਜੇ ਤੂੰ ਹੁਣ ਇਸ ਲੋਕ ਦੇ ਮਹਾਰਾਜ ਤੋਂ ਸੁੱਖ ਸਹੂਲਤਾਂ ਮੰਗ ਲੈਣਾ ਤੇ ਅੱਗੇ ਬੁਰਾ ਹਾਲ ਹੋ ਗਿਆ, ਜਮਾਂ ਨੇ ਫੜ ਲਿਆ, ਮਾਰਿਆ, ਕੁੱਟਿਆ, ਫਿਰ ਕੀ ਕਰੇਗਾ ਮਨਾ? ਇੱਥੇ ਤਾਂ ਤੂੰ ਸੌਖਾ ਹੋ ਜਾਏਗਾ, ਮੌਜਾਂ ਲੁੱਟੇਗਾ, ਅੱਗੇ ਔਖਾ ਹੋਏਗਾ। ਜੇ ਵੀ ਮਨਾ ਤੂੰ ਹੁਣ ਅਗਲੀਆਂ ਲੈ ਲੈ, ਇੱਥੇ ਔਖਾ ਹੈ, ਫਿਰ ਵੀ ਔਖਾ ਰਿਹਾ। ਪੂਰੇ ਗੁਰੂ ਮਿਲ ਗਏ, ਇਹਨਾਂ ਦੇ ਹੁੰਦਿਆਂ ਇੱਥੇ ਮਗਰੋਂ ਹੁਣ ਔਖੇ ਰਹੀਏ, ਫਿਰ ਕੀ ਫਾਇਦਾ ਮਨਾ? ਮਹਾਰਾਜ ਕਹਿੰਦੇ ਕੀ ਗੱਲ ਤੂੰ ਬਈ ਚੁੱਪ ਜਿਹਾ ਕਰ ਗਿਆ? ਕਹਿੰਦਾ ਜੀ ਮਹਾਰਾਜ ਸੋਚ ਵਿਚਾਰ ਕਰ ਰਹੇ, ਗੱਲ ਕਿਸੇ ਤਨ ਪੱਤਣ ਨਹੀਂ ਲੱਗਦੀ। ਕਹਿੰਦੇ ਕੀ ਸੋਚ ਵਿਚਾਰ ਹੈ? ਕਹਿੰਦਾ ਮਹਾਰਾਜ ਹੁਣ ਤੁਸੀਂ ਮਹਾਨ ਪ੍ਰਾਪਤ ਹੋ ਗਏ, ਤੁਸੀਂ ਕਹਿੰਦੇ ਵੀ ਇਸ ਲੋਕ ਦੇ ਲੈ ਲਾ ਜਾਂ ਪਰਲੋਕ ਦੇ ਲੈ ਲਾ। ਮੈਂ ਵਿਚਾਰ ਕਰ ਰਿਹਾ ਵੀ ਇਸ ਲੋਕ ਦੇ ਮੰਗਾਂ ਕਿ ਪਰਲੋਕ ਦੇ ਮੰਗਾਂ, ਤੇ ਮਨ ਰਾਹੀਂ ਕੋਈ ਪੂਰਾ ਨਿਰਣਾ ਨਹੀਂ ਹੋ ਰਿਹਾ, ਬੁੱਧੀ ਰਾਹੀਂ ਤੇ ਚੱਕਰ ਵਿੱਚ ਪਿਆ ਹੋਇਆ। ਮਹਾਰਾਜ ਕਹਿੰਦੇ ਚੱਕਰ ਵਿੱਚ ਕਿਉਂ ਪਿਆ? ਕਹਿੰਦਾ ਮਹਾਰਾਜ ਹੁਣ ਤੂੰ ਪੂਰੇ ਮਿਲ ਗਏ, ਇਹ ਤਾਂ ਇੱਥੋਂ ਦੇ ਮਿਲਦੇ ਆ ਤੇ ਅੱਗੇ ਮਹਾਰਾਜ ਜਮਾਂ ਦੇ ਬਸ ਪਾਊਂਗਾ, ਉੱਥੇ ਕੁੱਟਮਾਰ ਹੋ, 84 ਲੱਖ ਜੂਨ ਪੁੱਛ ਕੇ ਕਦੀ ਗੇੜ ਪਿਆ ਪਈ ਭੰਮਕ ਜਾਊਂਗਾ, ਉੱਧਰਲਾ ਡਰ ਹੈ। ਇਹ ਉੱਧਰਲੇ ਮੰਗਦਾ ਫਿਰ ਇੱਥੇ ਮਹਾਰਾਜ ਨੰਗ ਮਲੰਗ ਭੁੱਖਾ ਪਹਿਲਾਂ ਮਰਦਾ ਫਿਰ ਮਰੂ, ਫਿਰ ਆ ਗਈ। ਹੁਣ ਤੁਸੀਂ ਮਹਾਰਾਜ ਪੂਰੇ ਹੋ। ਮਹਾਰਾਜ ਕਹਿੰਦੇ ਫਿਰ ਤੇਰਾ ਕੀ ਖਿਆਲ? ਕਹਿੰਦਾ ਮਹਾਰਾਜ ਮੇਰਾ ਖਿਆਲ ਤਾਂ ਵੀ ਤੁਹਾਡਾ ਜਿਹੜਾ ਸੇਵਕਾਂ ਨਾਲੇ ਤਾਂ ਇੱਥੇ ਵੀ ਸੌਖਾ ਰਹੇ ਤੇ ਉੱਥੇ ਵੀ ਰਹੇ, ਅੱਗੇ ਵੀ, ਉਹ ਤੁਸੀਂ ਢੰਗ ਤਰੀਕਾ ਕਰ ਲਓ। ਮਹਾਰਾਜ ਕਹਿੰਦੇ ਫਿਰ ਤਾਂ ਤੂੰ ਵੀ ਦੋਹਾਂ ਲੋਕਾਂ ਦੇ ਮੰਗਦਾ ਹੈ? ਕਹਿੰਦਾ ਹਾਂ ਜੀ ਮਹਾਰਾਜ ਇਹ ਦੋਹਾਂ ਦੇ ਬਖਸ਼ੋ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਚੰਗਾ ਤੇਰੇ ਨਾਲ ਬਚਨ ਹੋਇਆ ਸੀ, ਅੱਜ ਤੂੰ ਚਿੰਨ੍ਹ ਜਿਹਾ ਦੇਖ ਕੇ ਨਾ ਚਰਨਾਂ ਵਿੱਚ ਤੇ ਬਚਨ ਕਿਹਾ ਸੀ ਵੀ ਇਹਦਾ ਫਲ ਮਿਲੂਗਾ, ਮਿਲ ਗਿਆ, ਚੰਗਾ ਵੀ ਲੈ ਲਾ ਦੋਹਾਂ ਲੋਕਾਂ ਦੇ, ਇੱਥੋਂ ਵੀ ਲੈ ਲਾ, ਖੁੱਲੀ ਮਾਇਆ ਦੇਤੀ, ਨਾਮ ਨਾਲ ਜੋੜਤਾ, ਨਾਮ ਨਾਲ ਬਿਰਤੀ ਜੁੜ ਗਈ, ਮਨ ਇਕਾਗਰ ਹੋਣ ਲੱਗ ਪਿਆ, ਪ੍ਰਕਾਸ਼ ਹੋਣ ਲੱਗ ਪਿਆ, ਇੱਥੇ ਵੀ ਸੁਖੀ ਹੋ ਗਿਆ। ਇਹ ਨਾਮ ਜਪਣ ਨਾਲ ਪਰਲੋਕ 'ਚ ਫਿਰ ਕੀ ਜਾਣਾ, ਧੱਕੇ ਖਾਣੇ, ਜਮਾਂ ਦੇ ਵਸ ਕੀ ਪੈਣਾ, ਉੱਥੋਂ ਵੀ ਛੁੱਟ ਗਿਆ। ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਦੇ ਉਹ ਚਿੰਨ੍ਹ ਨਹੀਂ ਹੈ ਕੋਈ, ਨਿਹਨ ਜਿਹੇ ਚੱਕਰ, ਨਿਹਨ ਜਿਹੇ ਚਿਹਨ, ਹਰ ਜਾਤ ਹਰ ਵਰਨ ਨਹਿ ਨਹਿ ਜੇ, ਜਿਸਦਾ ਕੋਈ ਕਹਿੰਦੇ ਕੋਈ ਵਰਨ ਨਹੀਂ ਹੈ। ਜਿਵੇਂ ਕੋਈ ਉਹ 18 ਵਰਨ ਨੇ, ਜਾਂ ਵਰਨ ਦਾ ਅਰਥ ਹੁੰਦਾ ਰੰਗ, ਪਰ ਉਹ ਰੰਗ ਅੱਗੇ ਆ ਜਾਣਾ ਹੈ। ਇਸ ਕਰਕੇ ਕਹਿੰਦੇ ਜਿਹਦਾ ਕੋਈ ਵਰਣਨ ਨਹੀਂ ਹੋ ਸਕਦਾ, ਕਥਨ ਨਹੀਂ ਹੋ ਸਕਦਾ, ਪਰਮੇਸ਼ਰ ਦੇ ਸੰਬੰਧ ਵਿੱਚ ਕੋਈ ਪੂਰਾ ਕਥਨ ਨਹੀਂ ਕਰ ਸਕਦਾ। ਜਾਂ ਬ੍ਰਾਹਮਣ, ਖੱਤਰੀ, ਸੂਰਵੈ 4 ਜਾਤਾਂ ਹੈ, ਇਹਨਾਂ ਜਾਤਾਂ ਵਿੱਚੋਂ ਅੱਗੇ ਹੋਰ ਨਿਕਲੇ ਨੇ, ਉਹ ਹੋ ਜਾਂਦੇ 18 ਵਰਨ, 18 ਜਾਤਾਂ।
इस तरह 18 वर्ण नहीं है, 4 जातां नहीं, ब्राह्मण खत्री सूद वैस और पात ते पंगति नहीं है, कोई बरादरी नहीं है। परमेश्वर की भी फलानी बरादरी का है या फलानी पंगत का ये साधु है। कहना भी तो फलाने की पंगत का साधु उन्होंने पंगत में बैठ इतने किवें फिरना है। हरिद्वार जो कुंभ कुंभ जिहा लगता है ना, उन्होंने पंगत में कोई होर पंगत का, होर बरादरी, होर भेग का कोई साधु जा बैठे हो, कहते नहीं बई एको एक जड़ा निर्मल है, ये तो नहीं किसी को उठाते निहंग सिंह आ जाए, सेवा पंथी आ जाए, बाकी नहीं। वो कहते नहीं साड़ी पंगत का नहीं तू हैगा, साढ़े भेख का नहीं, इस करके नहीं बैठ सकता। परमेश्वर की कहते कोई बात नहीं है, पंगत नहीं, कोई बरादरी नहीं है। इन्होंने पंगत बरादरियां तो रह जाए जे रूप रंग अर रेख भेख को कह ना सकत कह। उसका कहते कोई रूप नहीं कह सकता भी वह रूप आकार के हो जाए। मदरा है कि बड़े आकार वाला है या कोई विंगे टेढ़े आकार वाला रूप वाला आकार वाला है, वह रूप जो आकार भी नहीं कोई सह सकता। वह कोई जड़ा रंग है वो भी नहीं कथन कर सकता भी किहो जिहा रंग वाला है, क्योंकि नीला है, लाल है, पीला है, खाखी है, डब खड़बा है। इस तरह ही 6 तरह के रंग होंदे ने। न्याय शास्त्र वालियां ने 6 तरह के रंग मन्ने ने भी इन्हां रंगां विचों बाकी होर रंग बन जाते हैं। मुख रूप भी 6 रंग ने। परमेश्वर का कोई रंग नहीं कथन कर सकता भी वो नीले रंग वाला है। हूँ कह देंगे भी जड़ा श्याम रूप है, पर वह कोई रंग नहीं है। या इसे तरह जड़ा कोई वह रंग आनंद है, प्रेम है, वह भी कोई कथन नहीं कर सकता, क्योंकि प्रेम रूप परमेश्वर आप है। प्रेम परमेश्वर का नहीं कथन कर सकता, वो प्रेम का किवें कथन करूगा। इस तरह वो कोई प्रेम संबंधी नहीं कोई कथन कर सकता है, क्योंकि वो प्रेम विच आप नाश कर रहे। जे प्रेम कियो तिन ही प्रभ पायो। फिर रेख जिवें पैरों में कोई रेखा होंदियां, हत्थां विच भी रेखा होंदियां, मत्थे विच भी रेखा होंदियां हन। ये भी कोई वह कह नहीं सकता भी वो हथ विच आ रेखा है, मत्थे विच आ रेखा है, चरना विच आ रेखा हैं। तो भेख ना स्वरूप का हुंदा है, वह स्वरूप नहीं कोई कह सकता है भी इहो जिहे स्वरूप वाला है या फलाने भेख वाला है। वह भेख भी नहीं कोई कह सकता है भी फलाने भेख का है परमेश्वर। फिर महाराज किहो जिहा हो, कहते अचल मूरत, वो अचल स्वरूप है, अचल सकल सूरत वाला है। यानी वह जड़ा स्वरूप है चलाए मान नहीं होंदा, चलता नहीं है। ये साडा स्वरूप साड़ी शक्ल सूरत चलती फिरती है ना, एक दिन बिल्कुल ही चली जाएगी, खत्म ही हो जाएगी। वह स्वरूप अचल है, चलाए मान नहीं। फिर अनुभव प्रकाश है, वो अनुभव ज्ञान स्वरूप है, तो ज्ञान का प्रकाश बख्शण वाला है। आप ज्ञान स्वरूप है, दूजिया नूं प्रकाश ज्ञान का देण वाला है। तो कई स्वरूपों के अनुभव के थां पाठ अनुभव वावे नाल आया है, पर मुख रूप के संप्रदाय में जिहड़ा पाठ अनुभव ये है दूजा अनुभव। वो अनुभव पै तो रहत वाहिगुरु है, ते प्रकाश स्वरूप है, ज्ञान स्वरूप है। अमितोज कहजै, ਇਹਦਾ ਜਿਹੜਾ ਉਚਾਰਨ ਅਮਿਤੋਜ ਕਹਿਜੈ ਇਉਂ ਕਰਨਾ, ਆਮਤੋਜ ਨਹੀਂ ਕਰਨਾ ਹੈ। ਆਮ ਜਿਹੜੇ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਉਹ ਸਹਿਜੇ ਆਮਤੋਜ ਪੜ੍ਹਦੇ ਨੇ, ਨਹੀਂ ਅਮਿਤੋਜ ਇਕੱਠਾ ਵੀ ਮਿਣਤੀ ਤੋਂ ਰਹਿਤ ਉਹ ਓਜ ਕੀ ਹੈ ਬਲ ਵਾਲਾ ਕਿਹਾ ਜਾਂਦਾ, ਕਥਨ ਕੀਤਾ ਜਾਂਦਾ ਹੈ।
ਕੋਟ ਇੰਦਰ ਇੰਦਰਾਨ। ਕਰੋੜਾਂ ਜਿਹੜੇ ਇੰਦਰ ਹੈ ਇੰਦਰਾਂ ਦਾ ਵੀ ਇੰਦਰਾਨ ਹੈ, ਉਹ ਇੰਦਰ ਹੈ। ਜਿਹੜੇ ਕਰੋੜਾਂ ਇੰਦਰ ਉਹਨਾਂ ਦਾ ਇੰਦਰਾਨ ਕਿ ਇੰਦਰ ਹੈ ਬ੍ਰਹਮਾ। ਕਿਉਂਕਿ ਬ੍ਰਹਮਾ ਦੇ ਦਿਨ ਦੇ ਸਮੇਂ ਵਿੱਚ ਕਰੋੜਾਂ ਇੰਦਰ ਜੰਮ ਕੇ ਰਾਜ ਭਾਗ ਕਰਕੇ ਮਰ ਜਾਂਦੇ ਹੈ। ਇਸ ਕਰਕੇ ਕਰੋੜਾਂ ਇੰਦਰਾਂ ਦਾ ਉਹ ਇੰਦਰ ਹੈ, ਰਾਜਾ ਹੈ। ਸਾਹੇ ਸਾਹਾਨ ਗਣਿਜੈ। ਜਿਹੜੇ ਕੋਈ ਸ਼ਹਿਨਸ਼ਾਹ ਉਹਨਾਂ ਦਾ ਵੀ ਸ਼ਹਿਨਸ਼ਾਹ ਉਹ ਗਿਣਿਆ ਜਾਂਦਾ ਹੈ। ਕਈ ਸਰੂਪਾਂ ਦੇ ਵਿੱਚ ਸਾਹੇ ਦੇ ਥਾਂ ਸਾਹੋ ਸਾਹਾਨ ਗਣਿਜੈ ਪਾਠ ਆਉਂਦਾ ਹੈ, ਪਰ ਮੁੱਖ ਰੂਪ ਦੇ ਵਿੱਚ ਸਿਹਾਰੀ ਨਾਲ ਜਿਹੜਾ ਪਾਠ ਹੈ, ਦੂਜਾ ਪਾਠ ਸਾਹੋ ਵੀ ਸਰੂਪਾਂ ਵਿੱਚ ਆਉਂਦਾ ਹੈ। ਕਿ ਗੁਰਕਿਆਂ ਵਿੱਚ ਵੀ ਆ ਛਪਿਆ ਹੋਇਆ ਸਾਹੋ ਸਾਹਾਨ ਗਣਿਜੈ, ਪਰ ਸੰਪਰਦਾ ਵਿੱਚ ਜਿਹੜਾ ਮੁੱਖ ਪਾਠ ਸਾਹੇ ਸਿਹਾਰੀ ਨਾਲ ਹੀ ਕਰਵਾਇਆ ਜਾਂਦਾ ਹੈ। ਉਹ ਸ਼ਾਹਾਂ ਦਾ ਜਿਹੜੇ ਸ਼ਾਹ ਜਿਹੜਾ ਉਹ ਗਿਣਿਆ ਜਾਂਦਾ, ਵਿਚਾਰਿਆ ਜਾਂਦਾ ਹੈ। ਤਿਰ ਭਵਨ ਮਹੀਪ। ਤਿੰਨਾਂ ਭਵਨਾਂ ਦਾ, ਤਿੰਨਾਂ ਲੋਕਾਂ ਦਾ ਮਹੀਪ ਰਾਜਾ ਹੈ। ਦੇਵਤਿਆਂ ਦਾ ਵੀ, ਨਰਾਂ ਦਾ ਵੀ, ਅਸੁਰ ਕੀ ਜਿਹੜੇ ਦੇਵਤੇ ਹੈ ਉਹਨਾਂ ਦਾ ਵੀ। ਨੇਤ ਨੇਤ ਬੰਦ ਤਿਰਣ ਕਹਿਤ। ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਹੈ, ਜਾਂ ਜੰਗਲ ਤੇ ਤਿਰਣ ਜਿਹੜਾ ਕੋਈ ਘਾਹ ਹੈ, ਜਾਂ ਜਿਹੜੇ ਜੰਗਲ ਵਾਂਗ ਜੀਵ ਹਨ, ਤਿਰਣ ਵਾਂਗ ਜਿਹੜੇ ਵਰਨ ਵਾਂਗ ਜਿਹੜੇ ਜੰਗਲ ਸਰੀਰ ਹੈ, ਤਿਰਣ ਵਾਂਗ ਜਿਹੜੇ ਘਾਹ ਇੰਦਰੇ ਹਨ, ਸਾਰੇ ਉਹਨੂੰ ਬੇਅੰਤ ਬੇਅੰਤ ਕਰਕੇ ਕਹਿੰਦੇ ਹੈ। ਸਰੀਰਾਂ ਕਰਕੇ ਵੀ ਬੇਅੰਤ ਬੇਅੰਤ ਹੈ, ਗਿਆਨ ਕਰਮ ਇੰਦਰੀਆਂ ਕਰਕੇ ਵੀ ਬੇਅੰਤ ਬੇਅੰਤ ਹੈ। ਇਸ ਤਰ੍ਹਾਂ ਉਹ ਜੰਗਲ ਜਾਂ ਤਿਰਣ ਘਾਹ ਫੂਹ ਖਾਣ ਵਾਲੇ ਤੇ ਜੰਗਲਾਂ ਵਿੱਚ ਰਹਿਣ ਵਾਲੇ ਸਭ ਉਹਨੂੰ ਨੇਤ ਨੇਤ ਬੇਅੰਤ ਬੇਅੰਤ ਕਰਕੇ ਕਥਨ ਕਰਦੇ ਹੈ। ਨਾ ਇਤੀ ਨਾ ਇਤੀ, ਐਸੇ ਰੂਪ ਵਿੱਚ ਉਹਨੂੰ ਕਥਨ ਕਰਦੇ ਵੀ ਕਿਸੇ ਰੂਪ ਵਿੱਚ ਵੀ ਤੇਰਾ ਅੰਤ ਨਹੀਂ ਹੈ। ਤਾਂ ਸਰਵ ਨਾਮ ਕਥਾ ਕਵਨ। ਵੀ ਤੇਰੇ ਜਿਹੜੇ ਸਾਰੇ ਨਾਮ ਹੈ ਉਹਨਾਂ ਨੂੰ ਕਥਾ ਕਵਨ, ਕਿਹੜਾ ਕਥਨ ਕਰ ਸਕਦਾ ਹੈ। ਤਬ ਜਿਹੜਾ ਸ਼ਬਦ ਹੈ ਇਹ ਕਈ ਸਰੂਪਾਂ ਦੇ ਵਿੱਚ ਪੂਰੇ ਵਾਵੇ ਨਾਲ ਆਇਆ ਹੈ, ਪਰ ਸੰਪਰਦਾ ਵਿੱਚ ਜਿਹੜਾ ਹੇਠਾਂ ਵਾਵਾ ਹੈ ਇਹਨੂੰ ਮੁੱਖ ਪਾਠ ਰੂਪ ਦੇ ਵਿੱਚ ਮੰਨਿਆ ਜਾਂਦਾ। ਤਬ ਤਵੈ ਸਰਵ ਨਾਮ, ਇਹਦਾ ਉਚਾਰਨ ਤੱਤੇ ਦੇ ਹੇਠਾਂ ਔਂਕੜ ਲਾ ਕੇ ਆੜੇ ਦੇ ਨਾਲ ਥੋੜ੍ਹੀਆਂ ਜਿਹੀਆਂ ਸੂਖਮ ਰੂਪ ਦੇ ਵਿੱਚ ਦਲਾਈਆਂ, ਪੂਰੀਆਂ ਨਹੀਂ, ਜਿਹੜੀ ਸੂਖਮ ਰੂਪ ਦੇ ਵਿੱਚ ਦਲਾਵਾਂ ਦਾ ਉਚਾਰਨ ਹੈ। ਕਈ ਇਸ ਤਰ੍ਹਾਂ ਤੋਂ ਵੀ ਕਰਦੇ ਨੇ ਪਾਠ, ਪਰ ਉਹਦੇ ਨਾਲ ਤੇ ਫਿਰ ਊੜਾ ਲੱਗ ਜੂਗਾ। ਇਸ ਕਰਕੇ ਉਚਾਰਨ ਹੈ ਤਵੈ ਸਰਬ ਨਾਮ ਕਥਾ ਕਵਨ। ਕਈ ਸਰੂਪਾਂ ਵਿੱਚ ਇੱਥੇ ਆਪਣੀ ਮਰਜ਼ੀ ਨਾਲ ਕਈਆਂ ਨੇ ਉਹ ਅਧਿਕ ਲਾ ਦਿੱਤਾ, ਮਾਤਰਾ ਕਹਿੰਦੇ ਪੂਰੀ ਨਹੀਂ ਹੁੰਦੀ ਹੈ। ਵੀ ਇਸ ਕਰਕੇ ਆਪਣੀ ਮਰਜ਼ੀ ਨਾਲ ਅਧਿਕ ਠੋਕਿਆ ਪਿਆ ਹੈ। ਪਰ ਇਹ ਕਥਾ ਹੈ ਅਧਿਕ ਤੋਂ ਬਗੈਰ ਹੀ ਜਿਹੜਾ ਪਾਠ ਸ਼ੁੱਧ ਹੈ। ਤੇ ਤਵੈ ਸਰਬ ਨਾਮ, ਤੇਰੇ ਮਹਾਰਾਜ ਜਿਹੜੇ ਸਾਰੇ ਨਾਥ ਹੈ, ਕਿਹੜਾ ਕਵਨ ਕਥਨ ਕਰ ਸਕਦਾ ਹੈ। ਜਾਂ ਤੇਰੇ ਜਿਹੜੇ ਸਾਰੇ ਨਾਮ ਹੈ, ਜਿਹੜੇ ਸ੍ਰੇਸ਼ਟ ਮਤ ਵਾਲੇ ਕਵਨ ਕੀਏ ਕਵੀ ਹੋਏ ਹੈ। ਉਹਨਾਂ ਨੇ ਮਹਾਰਾਜ ਜਿਹੜੇ ਤੇਰੇ ਕਰਮ ਨਾਮ ਹੈ ਉਹ ਕਥਨ ਕੀਤੇ, ਜਿਹੜੇ ਤੂੰ ਕਰਤੱਵ ਕੀਤੇ। ਜਿਵੇਂ ਬਿਆਸ ਸਾਧਕਾਂ ਨੇ ਉਹ ਜੋ ਅਵਤਾਰ ਧਾਰ ਕੇ ਉਹ ਕਰਮ ਕੀਤੇ ਹੈ ਨਾ, ਉਹਨਾਂ ਨੂੰ ਕਿਸੇ ਦਿਨੋਂ ਫਿਰ ਉਹਨਾਂ ਦੇ ਨਾਂ ਦਾ ਮੋਦਰ ਕਹਿ ਦਿੱਤਾ। ਰੱਸੀ ਨਾਲ ਸਰੀਰ ਜਿਹਾ ਬਣਾ ਲਿਆ, ਨਾਲੇ ਦਮੋਦਰ ਰੱਖ ਲਿਆ। ਸਾਵਰ ਰੰਗ ਹੋਣ ਕਰਕੇ ਸਾਂਵਰ ਰੰਗ, ਮਨ ਨੂੰ ਚੁਰਾਉਣ ਵਾਲਾ ਸਰੂਪ ਹੋਣ ਕੇ ਮਨੋਹਰ ਰੱਖ ਲਿਆ। ਮਾਇਆ ਦਾ ਪਤੀ ਹੋਣ ਕਰਕੇ ਮਾਧੋ ਰੱਖ ਲਿਆ। ਇਸ ਤਰ੍ਹਾਂ ਜਿਹੜੇ ਮਹਾਰਾਜ ਜਿਹੜੇ ਕੋਈ ਸ੍ਰੇਸ਼ਟ ਮਤ ਵਾਲੇ ਕਵਨ ਕੀਏ ਕਵੀ ਹੈ, ਉਹ ਤੇਰੇ ਜਿਹੜੇ ਕਰਮ ਕਿਰਿਆ ਕਰਕੇ ਨਾਮ ਪਏ ਹੈ ਨਾ, ਉਹਨਾਂ ਨੂੰ ਕਥਨ ਕਰਦੇ ਹੈ।
ਹੁਣ ਮਹਾਰਾਜ ਐਸਾ ਕਿਹੜਾ ਸ੍ਰੇਸ਼ਟ ਮਤ ਵਾਲਾ ਹੈ ਜਿਹੜਾ ਤੇਰੇ ਸਾਰੇ ਨਾਮਾਂ ਨੂੰ ਕਥਨ ਕਰ ਸਕੇ? ਕੋਈ ਨਹੀਂ ਕਥਨ ਕਰ ਸਕਦਾ ਹੈ। ਜਾਂ ਸ੍ਰੇਸ਼ਟ ਮਤ ਵਾਲੇ ਕਵੀ ਤੇਰੇ ਨਾਮਾਂ ਨੂੰ ਕਥਨ ਕਰਦੇ ਨੇ, ਤੇ ਉਹਨਾਂ ਵਿੱਚ ਮਹਾਰਾਜ ਅਸੀਂ ਵੀ ਥੋੜ੍ਹੇ ਬਹੁਤੇ ਆਪ ਜੀ ਦੇ ਨਾਂ ਕਥਨ ਕਰਦੇ ਹਾਂ। ਉਹ ਅੱਗੇ ਭੁਜੰਗ ਪ੍ਰਿਆਰ ਛੰਦ ਵਿੱਚ ਹੈ। ਉਹ ਜਿਵੇਂ ਉਹਨਾਂ ਅਨੇਕਾਂ ਨਾਮ ਆਪ ਜੀ ਨੇ ਕਥਨ ਕੀਤੇ ਅਤੇ ਨਾਲ ਨਾਲ ਮੱਥਾ ਟੇਕਿਆ। ਤੈਨੂੰ ਇਹੋ ਜਿਹੇ ਅਕਾਲ ਸਰੂਪ ਨਮਸਕਾਰ ਹੈ, ਕਿਰਪਾਲੂ ਸਰੂਪ, ਕਿਰਪਾ ਦੇ ਕਰ ਤੈਨੂੰ ਨਮਸਕਾਰ ਹੈ। ਸਮਝ ਲਓ ਨਮਸਕਾਰ ਅਬਤਮਕ ਮੰਗਲ ਹੈ, ਇੱਕ ਆਸ਼ੀਰਵਾਦ ਹੁੰਦਾ ਹੈ। ਇਹ ਨਮਸਕਾਰ ਹੁੰਦਾ ਇੱਕ ਜਾਚਨਾ ਰੂਪ ਦੇ ਵਿੱਚ ਹੁੰਦਾ ਹੈ। ਸੋ ਰੋ ਵਿਚਾਰ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਇਹ ਛਪੈ ਛੰਦ ਦੀ ਵਿਚਾਰ ਪੂਰੀ ਕਰ ਲਈਏ। ਕੱਲ੍ਹ ਅੰਮ੍ਰਿਤ ਵੇਲੇ ਭੁਜੰਗ ਪ੍ਰਿਆਰ ਛੰਦ ਰਾਹੀਂ ਜੋ ਬਾਣੀ ਉਚਾਰਨ ਕਰੀ ਇਹਦੀ ਵਿਚਾਰ ਪ੍ਰਾਰੰਭ ਕਰਾਂਗੇ। ਸਮਾਂ ਉੱਪਰੀ ਜਾ ਰਿਹਾ ਹੈ, ਇੱਥੇ ਸਮਾਪਤੀ ਹੈ ਜੀ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹ ਸਾਹਣ ਗਣਿਜੈ। ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਵਿੰਦ ਹੈ ਗੁਣ ਨਿਦਾਨ, ਜਮ ਕੇ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀਹੋ ਬਨਹਾਰ। ਹੈ ਸੰਤਾਂ ਕਾ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਤੂੰ ਠਾਕੁਰ